ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु प्यारे गुरु सवारे गुरमुख जनों, सिख मिशनरी कॉलेज वालों चल रही इस गुरमत क्लास विच आप सारिਆਂ ਨੂੰ जी आया। हर शुक्रवार असी भगत बाणी विचों वो शब्द ਜਿਹੜੇ थोड़े ਜਿਹੇ मुश्किल जापदे ਹਨ ਉਹਨਾਂ ਦੀ ਵਿਚਾਰ ਕਰ ਰਹੇ ਹਾਂ। ਗੌੜੀ ਰਾਗ ਦੇ ਸ਼ਬਦਾਂ ਵਿੱਚ ਭਗਤ ਕਬੀਰ ਜੀ ਦੇ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਉਹਨਾਂ ਦੇ ਵਿੱਚੋਂ ਹੀ ਅੱਜ ਦਾ ਇਹ ਸ਼ਬਦ ਜੋ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ, ਗगन रसाल चूहे मेरी भाठी, ਇਸ ਸ਼ਬਦ ਦੇ ਵਿਚਾਰ ਅਸੀਂ ਆਪ ਜੀ ਦੇ ਨਾਲ ਕਰ ਰਹੇ ਹਾਂ। ਇਹ ਵਿਚਾਰ ਵੀਰ ਰਾਜਾ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨਗੇ। तो मैं ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਹ ਸ਼ਬਦ ਵਿਚਾਰ ਗगन रसाल चूहे मेरी भाठी ਆਰੰਭ ਕਰਨ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਹੱਥ ਜੋੜ ਕੇ ਜੀਓ ਆਇਆਂ ਅੱਜ ਦੇ ਇਸ ਪ੍ਰੋਗਰਾਮ ਵਿੱਚ। ਤੋ ਜਿਸ ਤਰ੍ਹਾਂ ਆਪ ਜੀ ਨੇ ਹੁਣੇ ਸਰਵਣ ਕੀਤਾ ਵੀਰ ਹਰਜੀਤ ਸਿੰਘ ਜੀ ਪਾਸੋਂ, ਅੱਜ ਅਸੀਂ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 328 ਤੇ ਗगन रसाल चूहे मेरी भाठी। तो ਇਹਦੀ ਆਪਾਂ ਰਲ ਮਿਲ ਕੇ ਵਿਚਾਰਾਂ ਸਾਂਝੀਆਂ ਕਰਦੀਆਂ ਸਾਧ ਸੰਗਤ ਜੀ। तो आओ सारे मन बिरती कगर करिए और ਆਪਾਂ ਇੱਕ ਵਾਰੀ ਰਸਨਾ ਪਵਿੱਤਰ ਕਰਨ ਲਈ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ। तो साध संगत जी, गौड़ी कबीर जी और ਇਹ ਸ਼ਬਦ ਹੈ। तो आओ ਆਪਾਂ ਪਹਿਲਾਂ ਸ਼ਬਦ ਦਾ ਪਾਠ ਕਰ ਲਈਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਗगन रसाल चूहे मेरी भाठी, संच महारस तन पिया काठी। वाको कहिए सहज मतवार, पीवत राम रस ज्ञान विचारा रहाओ। वाको कहिए सहज मतवार, पीवत राम रस ज्ञान विचारा रहाओ। सहज कलालन जो मिल आई, आनंद माते अनदिन जाई। चीनत चीत निरंजन लाया, कहो कबीर तो अनपो पाया। चीनत चीत निरंजन लाया, कहो कबीर तो अनपो पाया। वाहिगुरु जी का खालसा वाहिगुरु जी की फतेह। तो साध संगत जी, शब्द का जो केंद्री भाव है वह को कही है सहज मतवारा, पीवत राम रस ज्ञान विचारा। ये शब्द का केंद्री भाव है और शब्द सारे दे विच ही नाम रस की गल। और इस शब्द विच बड़ी उच्ची सुरती वाले प्राणी का जिक्र है भी एडी सुरती उच्ची हो जाए कि जिथे हर वेले साडे अंदर नाम दे रस का स्वाद आए, वो सुरती के दर्शन सानू कबीर साहब जी ने इस शब्द विच कराए। तो क्योंकि सारी जिहड़ा शब्द है ਉਹਦੇ ਤਿੰਨੇ ਬੰਦ ਜਿਹੜੇ ਨੇ ਉਹ ਨਾਮ ਰਸ ਦੀ ਗੱਲ ਚੱਲ ਰਹੀ। तो आओ पहला असी थोड़ा विचार कर लीए कि ये नाम रस की है। तो मोटे तौर पे
ਇਹ ਜਿਹੜਾ ਰਸ ਹੈ ਇਹਨੂੰ ਦੋ ਮੋਟੇ ਤੌਰ ਤੇ ਦੋ ਹਿੱਸਿਆਂ 'ਚ ਅਸੀਂ ਵੰਡ ਸਕਦੇ ਹਾਂ। ਇੱਕ ਹੈ ਜੀ ਅਨਰਸ, ਦੂਸਰਾ ਹੈਗਾ ਨਾਮ ਰਸ। ਤੋ ਆਓ, ਕਿਉਂਕਿ ਸਾਰੇ ਸ਼ਬਦ 'ਚ ਰਸ ਦੀ ਗੱਲ ਹੈ, ਤੇ ਪਹਿਲਾਂ ਇੱਕ ਵਾਰੀ ਆਪਾਂ ਕੁਝ ਮਿੰਟ ਪਹਿਲਾਂ, ਮੈਨੂੰ ਖਿਮਾ ਕਰਨਾ, ਰਸ ਬਾਰੇ ਵਿਚਾਰ ਆਪਾਂ ਪਹਿਲੇ ਕਰ ਲਈਏ। ਤੋ ਰਸ ਹੈ ਕੀ? ਤੋ ਹਰੇਕ ਜਿਹੜਾ ਮਨੁੱਖ ਮਾਤਰ ਹੈ ਉਹਦੇ ਜੀਵਨ ਦਾ ਲਕਸ਼ ਜੋ ਸਾਨੂੰ ਗੁਰਬਾਣੀ ਅਨੁਸਾਰ ਦੱਸਿਆ ਗਿਆ, ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹ ਜਿਹੜਾ ਗੋਬਿੰਦ ਮਿਲਣਾ ਹੈ ਉਹ ਇਸ ਰਸ ਨੂੰ ਹੀ ਪ੍ਰਾਪਤ ਕਰਨਾ ਹੈ, ਕਿਉਂਕਿ ਰਸ ਹੀ ਗੋਬਿੰਦ ਹੈ, ਇਹ ਨਾਮ ਰਸ, ਤੇ ਨਾਮ ਰਸ ਹੀ ਗੋਬਿੰਦ ਹੈ, ਤੇ ਗੋਬਿੰਦ ਹੀ ਨਾਮ ਰਸ ਹੈ। ਇਹ ਇੱਕ ਅਨੁਭਵ ਦਾ ਵਿਸ਼ਾ ਹੈ। ਤੋ ਲਕਸ਼ ਜੋ ਜ਼ਿੰਦਗੀ ਦਾ ਮਨੁੱਖ ਦਾ, ਉਹ ਨਾਮ ਰਸ ਨੂੰ ਪ੍ਰਾਪਤ ਕਰਨਾ। ਤੋ ਨਾਮ ਰਸ ਕਿਵੇਂ ਪ੍ਰਾਪਤ ਕਰਨਾ ਹੈ? ਪਰ ਇਸ ਤੋਂ ਪਹਿਲਾਂ ਆਓ, ਇਹ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ ਕਿ ਪਹਿਲੇ ਸਮਝੀਏ ਰਸ ਹੁੰਦਾ ਕੀ। ਦੇਖੋ, ਹਰੇਕ ਮਨੁੱਖ ਜਿਹੜਾ, ਚਾਹੇ ਮਨੁੱਖ ਹੈ ਜਾਂ ਪਸ਼ੂ ਪੰਛੀ ਬਨਸਪਤੀ ਕੁਝ ਵੀ ਹੈ, ਉਹਦੇ ਅੰਦਰ ਰਸ ਹੈ। ਤੇ ਜੇ ਰਸ ਨਹੀਂ ਨਾ, ਤੇ ਜ਼ਿੰਦਗੀ ਕੁਝ ਵੀ ਨਹੀਂ। ਮੈਂ ਫਿਰ ਬੇਨਤੀ ਕਰ ਰਿਹਾ, ਬਈ ਮਨੁੱਖ ਹੋਵੇ, ਪਸ਼ੂ ਹੋਵੇ, ਪੰਛੀ ਹੋਣ, ਹਰੇਕ ਦੇ ਅੰਦਰ ਰਸ ਹੈ। ਜੇ ਰਸ ਨਹੀਂ ਤਾਂ ਜ਼ਿੰਦਗੀ ਕੁਝ ਵੀ ਨਹੀਂ। ਦੇਖੋ, ਅਸੀਂ ਬਾਜ਼ਾਰ ਤੋਂ ਫਲ ਲੈ ਆਉਂਦੇ ਹਾਂ, ਜੇ ਫਲ ਵਿੱਚ ਰਸ ਨਹੀਂ ਤੇ ਉਹ ਫਲ ਕਿਸ ਕੰਮ ਦਾ? ਜੇ ਫਲ ਫੋਕਾ ਹੈ, ਰਸ ਨਹੀਂ ਹੈ, ਫਲ ਸੁੱਕਿਆ ਹੈ, ਰਸ ਬਗੈਰ ਹੈ, ਅਸੀਂ ਤਾਂ ਵਗਾ ਕੇ ਮਾਰਾਂਗੇ ਵੀ ਕਿਸੇ ਕੰਮ ਦਾ ਨਹੀਂ ਹੈ। ਹਾਂ, ਕਈ ਵਾਰੀ ਇਹ ਹੁੰਦਾ ਜੇ ਰਸ ਘੱਟ ਵੀ ਆਵੇ ਤਾਂ ਅਸੀਂ ਕਹਿੰਦੇ ਜੀ ਸਵਾਦ ਨਹੀਂ ਆਇਆ, ਉਹ ਤਾਂ ਰਸ ਵਾਲਾ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਜੇ ਸਾਡੀ ਚੁਆਇਸ ਜਿਹੜੀ ਹੈ ਇੱਕ ਫਲ ਲਈ ਇਹ ਹੈ ਕਿ ਉਹ ਚੰਗੀ ਤਰ੍ਹਾਂ ਰਸ ਨਾਲ ਭਰਿਆ ਹੋਵੇ, ਤਾਂ ਉਹ ਤਾਂ ਇੱਕ ਫਲ ਹੈ। ਸਾਨੂੰ ਤੇ ਵਾਹਿਗੁਰੂ ਜੀ ਨੇ ਮਨੁੱਖਾ ਸ਼੍ਰੇਣੀ ਦਿੱਤੀ ਹੈ, ਮਨੁੱਖਾ ਜਨਮ ਦਿੱਤਾ ਹੈ। ਤੋ ਇਸ ਕਰਕੇ ਜੇਕਰ ਸਾਡੀ ਜ਼ਿੰਦਗੀ 'ਚ ਰਸ ਨਹੀਂ ਤਾਂ ਜ਼ਿੰਦਗੀ ਕੁਝ ਵੀ ਨਹੀਂ। ਜਿਸ ਮਨੁੱਖ ਦੀ ਜ਼ਿੰਦਗੀ 'ਚ ਰਸ ਨਹੀਂ ਹੈ ਸਾਧ ਸੰਗਤ, ਉਹਦੀ ਜ਼ਿੰਦਗੀ ਬੋਝਲ। ਤੋ ਇਸ ਕਰਕੇ ਜ਼ਿੰਦਗੀ ਨੂੰ ਖੁਸ਼ਹਾਲ ਰੱਖਣ ਲਈ, ਜ਼ਿੰਦਗੀ ਨੂੰ ਵਿਕਾਸ ਵਿੱਚ ਰੱਖਣ ਦੇ ਲਈ, ਜ਼ਿੰਦਗੀ ਨੂੰ ਜਿਸ ਮਕਸਦ 'ਚ ਆਏ ਉਹਦੇ ਲਈ ਸਾਡੇ ਅੰਦਰ ਰਸ ਹੋਣਾ ਬੜਾ ਜ਼ਰੂਰੀ। ਤੋ ਜਿਹੜਾ ਲਫ਼ਜ਼ ਰਸ ਹੈ ਸਾਧ ਸੰਗਤ, ਇਹਦਾ ਘੇਰਾ ਬੜਾ ਵਿਸ਼ਾਲ। ਮੈਂ ਦੇਖ ਰਿਹਾ ਸਾਂ ਭਾਈ ਕਾਹਨ ਸਿੰਘ ਨਾਭਾ ਵਾਲਿਆਂ ਨੇ ਰਸ ਜਿਹੜਾ ਅੱਖਰ ਹੈ ਇਹਦੇ 19 ਅਰਥ ਕੀਤੇ ਨੇ, ਡਿਕਸ਼ਨਰੀ ਮੀਨਿੰਗ 19 ਨੇ, ਤੇ ਉਹਨਾਂ 19 ਚੋਂ ਇੱਕ ਅਰਥ ਜਿਹੜਾ ਸਵਾਦ ਵੀ ਹੈ। ਤੇ ਆਮ ਤੌਰ ਤੇ ਅਸੀਂ ਰਸ ਜਿਹੜਾ ਸਵਾਦ ਲਈ ਲਫ਼ਜ਼ ਵਰਤਦੇ ਹਾਂ, ਤਾਂ ਇਹਦਾ ਮਤਲਬ ਇਹ ਹੈ ਕਿ ਜ਼ਿੰਦਗੀ ਇੱਕ ਸਵਾਦ ਦਾ ਨਾਮ। ਤੋ ਸਵਾਦ ਕੀ ਹੈ ਸਾਧ ਸੰਗਤ? ਮੈਂ ਕਈ ਵਾਰ ਸੋਚਦਾ ਵੀ ਸਾਡਾ ਹਰ ਜਿਹੜਾ ਕੰਮ ਹੈ ਨਾ ਜ਼ਿੰਦਗੀ ਦਾ, ਕੋਈ ਵੀ ਕੰਮ ਕਰਦੇ ਉਹਦੇ ਪਿੱਛੇ ਕੋਈ ਨਾ ਕੋਈ ਸਵਾਦ ਲੁਕੇ, ਕੁਝ ਵੀ ਹੋਵੇ। ਫਾਰ ਐਗਜ਼ਾਮਪਲ, ਅਸੀਂ ਪ੍ਰਸ਼ਾਦ ਪਾਣੀ ਛਕਦੇ ਹਾਂ, ਕਾਹਦੇ ਲਈ? ਸਵਾਦ। ਜੇਕਰ ਸਵਾਦ ਨਹੀਂ ਹੈ, ਕਿਤੇ ਸਬਜ਼ੀ ਭਾਜੀ ਕੋਈ ਚੰਗੀ ਨਾ ਸਵਾਦੀ ਬਣੀ ਹੋਵੇ, ਸਾਡਾ ਤੇ ਮੂਡ ਹੀ ਆਫ ਹੋ ਜਾਂਦਾ ਵੀ ਇਹ ਤਾਂ ਬਈ ਚੰਗੀ ਨਹੀਂ। ਇਹਦਾ ਮਤਲਬ ਸਵਾਦ ਹੈ। ਪ੍ਰਸ਼ਾਦਾ ਪਾਣੀ ਛਕਣ ਪਿੱਛੇ ਵੀ ਸਾਡਾ ਇੱਕ ਸਵਾਦ ਲੁਕਿਆ ਹੈ। ਅਸੀਂ ਕੁਝ ਵੀ ਖਾਂਦੇ, ਫਲ ਖਾਈਏ, ਮਠਿਆਈਆਂ ਖਾਈਏ, ਬੜਾ ਕੁਝ ਅੱਜ ਕੱਲ੍ਹ ਤੇ ਖਾਣ ਦੇ ਢੇਰ ਲੱਗੇ ਨੇ, ਹਰ ਇੱਕ ਪਿੱਛੇ ਕੁਝ ਨਾ ਕੋਈ ਸਵਾਦ ਹੈ। ਔਰ ਅਸੀਂ ਦੇਖੋ, ਖਾਣ ਪੀਣ ਦੀ ਜੇ ਗੱਲ ਮੈਂ ਕਰਦਾ ਤੇ ਅਸੀਂ ਵੱਖ-ਵੱਖ ਸਵਾਦਾਂ ਦੇ ਪਿੱਛੇ ਦੌੜਦੇ ਹਾਂ। ਲਓ ਜੀ, ਫਲਾਣਾ ਰੈਸਟੋਰੈਂਟ, ਉੱਥੇ ਤੇ ਫਲਾਣੀ ਚੀਜ਼ ਬੜੀ ਕਮਾਲ ਦੀ ਬਣਦੀ, ਫਲਾਣੇ ਹੋਟਲ ਦੇ ਵਿੱਚ ਫਲਾਣਾ ਜਿਹੜਾ ਚੈਫ ਹੈ, ਬੜਾ ਨਾਮਵਰ ਚੈਫ ਹੈ ਜੀ, ਉੱਥੇ ਚੱਲ ਕੇ ਖਾਣਾ ਖਾਈ। ਇਹਦੇ ਪਿੱਛੇ ਕੀ ਹੈ? ਭਾਵਨਾ ਕੀ ਹੈ? ਭਾਵਨਾ ਸਵਾਦ ਹੈ, ਹੋਰ ਕੀ? ਤੋ ਸਵਾਦ, ਮਨੁੱਖ ਸਵਾਦ ਦਾ ਬੜਾ ਭੁੱਖਾ ਹੈ। ਕੇਵਲ ਖਾਣ ਪੀਣ ਦੀ ਗੱਲ ਨਹੀਂ ਹੈ। ਆਪਾਂ ਘੁੰਮਣ ਫਿਰਨ ਜਾਂਦੇ ਹਾਂ ਵੀ ਗਰਮੀ ਹੈ ਜੀ, ਚਲੋ ਹੁਣ ਕਿਤੇ ਐਸੇ ਸਥਾਨ ਤੇ ਚਲੀਏ ਜਿੱਥੇ ਗਰਮੀ ਘੱਟ ਹੋਵੇ। ਅਸੀਂ ਘੁੰਮਦੇ ਫਿਰਦੇ ਹਾਂ, ਜਾਂ ਵੈਸੇ ਵੀ ਅਸੀਂ ਨਾਟ ਓਨਲੀ ਕਿ ਗਰਮੀ ਲਈ, ਵੈਸੇ ਵੀ ਅਸੀਂ ਕਹਿੰਦੇ ਚਲੋ ਜੀ ਫਲਾਣੀ ਥਾਂ ਤੇ ਸਾਈਟ ਸੀਇੰਗ ਹੈ, ਉੱਥੇ ਚਲ ਜਾਈਏ, ਫਲਾਣੀ ਥਾਂ ਤੇ ਕੋਈ ਹਿਸਟੋਰੀਕਲ ਗੱਲ ਹੈ। ਮਤਲਬ ਸਾਡਾ ਕੋਈ ਨਾ ਕੋਈ ਟੇਸਟ ਹੈ, ਕੋਈ ਸਵਾਦ ਹੈ, ਜਿਸ ਕਰਕੇ ਅਸੀਂ ਸਾਰਾ ਕੁਝ ਕਰਦੇ। ਕੋਈ ਇੱਕ ਗੱਲ ਥੋੜਾ ਹੈ। ਇਹ ਜਿਹੜੇ ਆਪਾਂ ਸਾਨੂੰ ਹੁੰਦਾ ਵੀ ਫਲਾਣਾ ਨਾਟਕ ਦੇਖ ਲਈਏ, ਜਿਹੜੇ ਨਾਟਕ ਚੇਤਕ ਨੇ, ਇਹਨਾਂ ਪਿੱਛੇ ਕੋਈ ਸਵਾਦ ਹੈ। ਅਸੀਂ ਸਵਾਦ ਦੇ ਵਜ੍ਹੇ ਸਭ ਕੁਝ ਕਰ ਰਹੇ। ਸਜਣਾ ਸਵਾਰਨਾ, ਫੈਸ਼ਨ ਕਰਨਾ, ਸਾਰਾ ਸਵਾਦ ਹੈ। ਕੋਈ ਅਸੀਂ ਫੈਸ਼ਨੇਬਲ ਚੀਜ਼ ਲੈ ਆਉਂਦੇ ਹਾਂ, ਕਰਨੇ ਆ, ਪਹਿਨਦੇ ਹਾਂ,
ਤੇ ਕਹਿੰਦੇ ਲਓ ਜੀ ਇਹ ਦੇਖਿਆ ਤਾਂ ਭਾਈ ਮਜ਼ਾ ਆ ਗਿਆ। ਤੋ ਸਵਾਦ ਹੈ, ਹਰੇਕ ਸਟੈਪ ਦੇ ਪਿੱਛੇ, ਹਰੇਕ ਕੰਮ ਦੇ ਪਿੱਛੇ ਕੋਈ ਨਾ ਕੋਈ ਸਵਾਦ ਲੁਕਿਆ। ਦੇਖੋ ਜਿਹੜਾ ਮਿਹਨਤਕਸ਼ ਮਨੁੱਖ ਹੈ ਉਹਨੂੰ ਮਿਹਨਤ ਕਰਕੇ ਬੜਾ ਸਵਾਦ ਆਉਂਦਾ, ਪਰ ਦੂਸਰੇ ਪਾਸੇ ਜਿਹੜਾ ਆਲਸੀ ਹੈ ਨਾ, ਉਹ ਕੰਮ ਕਰਕੇ ਰਾਜੀ ਨਹੀਂ, ਉਹਨੂੰ ਆਲਸ 'ਚ ਸਵਾਦ ਹੈ, ਉਹਦੇ 'ਚ ਆਪਣਾ ਮਸਤ ਰਹਿੰਦਾ। ਇਸ ਤਰ੍ਹਾਂ ਜੇ ਆਪਾਂ ਨਸ਼ੇ ਦੀ ਗੱਲ ਕਰ ਲਈਏ, ਖੈਰ ਨਸ਼ਈਆਂ ਦਾ ਸਵਾਦ ਤੇ ਬੜਾ ਮਸ਼ਹੂਰ ਹੈ, ਉਹ ਤੇ ਵਿਚਾਰੇ ਸਵਾਦ ਪਿੱਛੇ ਕਈ ਵਾਰੀ ਲੰਮੇ ਪਏ ਦਿਸਦੇ ਨੇ। ਨਸ਼ਈ ਨੂੰ ਨਸ਼ੇ ਦਾ ਸਵਾਦ ਹੈ। ਕਈ ਨਸ਼ਈਆਂ ਨਾਲ ਗੱਲ ਕਰਕੇ ਦੇਖੀ, ਭਾਈ ਇਹ ਤਾਂ ਚੰਗਾ ਨਹੀਂ ਹੁੰਦਾ, ਤੁਹਾਡੇ ਸਰੀਰ ਲਈ ਚੰਗਾ ਨਹੀਂ, ਵੈਸੇ ਵੀ ਚੰਗਾ ਨਹੀਂ ਹੈ। ਉਹ ਕੀ ਕਰੀਏ ਜੀ, ਗੱਲ ਇਹ ਹੈ ਬਈ ਮਨ ਤੇ ਸਾਡਾ ਵੀ ਬੜਾ ਕਰਦਾ ਛੱਡ ਦੇਈ। ਪਰ ਮੈਂ ਇੱਕ ਵਾਰੀ ਅੱਗੇ ਵੀ ਜ਼ਿਕਰ ਕੀਤਾ ਸੀ, ਇੱਕ ਨੌਜਵਾਨ ਮਿਲਿਆ, ਉਹ ਕਹਿੰਦਾ ਮੈਂ ਤੇ ਹਰ ਰੋਜ਼ ਸਵੇਰੇ ਆਪਣੇ ਆਪ ਨਾਲ ਪ੍ਰੋਮਿਸ ਕਰਦਾ ਵੀ ਝਲਿਆ ਇਹ ਤੂੰ ਸਵਾਦਾਂ ਪਿੱਛੇ, ਇਸ ਨਸ਼ੇ ਦੇ ਸਵਾਦ ਪਿੱਛੇ ਗਰਕ ਹੋ ਰਿਹਾ ਤੇ ਛੱਡ ਦੇ। ਲਓ ਜੀ ਨਹੀਂ ਕਹਿੰਦਾ ਪੀਣੀ, ਕਹਿੰਦਾ ਜਿਉਂ ਹੀ ਸ਼ਾਮ ਪੈਂਦੀ ਹੈ ਫਿਰ ਕਹਿੰਦਾ ਐਸੀ ਮੈਨੂੰ ਮਤਲਬ ਵੀ ਲੱਭ ਉੱਠਦੀ ਅੰਦਰੋਂ, ਮੈਂ ਰਹਿ ਨਹੀਂ ਸਕਦਾ। ਇਹ ਕੀ ਸਵਾਦ ਹੈ। ਦੇਖੋ ਚੰਗਾ ਜਾਂ ਮਾੜਾ ਇਹ ਅਗਲੀ ਗੱਲ ਹੈ, ਪਰ ਹਰੇਕ ਮਨੁੱਖ ਦਾ ਲਕਸ਼ ਜਿਹੜਾ ਸਵਾਦ ਹੈ। ਸਿਰਫ ਖਾਣ ਪੀਣ ਦੀ ਗੱਲ ਨਹੀਂ ਹੈ, ਪਹਿਨਣ ਦੀ ਗੱਲ ਨਹੀਂ ਹੈ। ਕਈਆਂ ਨੂੰ ਨਿੰਦਿਆ 'ਚ ਬੜਾ ਸਵਾਦ ਹੁੰਦਾ ਹੈ, ਜਿਹੜੇ ਨਿੰਦਕ ਨੇ ਉਹਨਾਂ ਨੂੰ ਨਿੰਦਿਆ 'ਚ ਬੜਾ ਸਵਾਦ ਹੁੰਦਾ ਹੈ। ਕਈ ਸਾਡੇ ਵੀਰ ਗਪੌੜੀ ਹੁੰਦੇ ਨੇ, ਬਈ ਐਵੇਂ ਗੱਲਾਂ ਬਣਾ ਕਰੀ ਜਾਣੀ, ਉਹਨਾਂ ਨੂੰ ਗੱਪਾਂ ਮਾਰਨ ਦਾ ਸਵਾਦ ਹੈ। ਔਰ ਕਦੀ ਗਪੌੜੀਆਂ ਨੂੰ ਦੇਖੋ ਜਿਸ ਵੇਲੇ ਗੱਪ ਮਾਰਦੇ ਨੇ ਤੇ ਕਿੰਨੇ ਠਾਕੇ ਲਾ ਕੇ ਹੱਸਦੇ ਨੇ, ਉਹਨਾਂ ਨੂੰ ਕਿੰਨਾ ਕੁ ਮਜ਼ਾ ਆਉਂਦਾ ਹੋਣਾ ਗੱਪਾਂ ਮਾਰ। ਹਾਲਾਂਕਿ ਵੱਖਰੀ ਗੱਲ ਹੈ ਵੀ ਜ਼ਿੰਦਗੀ ਦਾ ਬੜਾ ਅਹਿਮ ਜਿਹੜਾ ਸਾਡਾ ਇਹ ਜ਼ਿੰਦਗੀ ਦਾ ਕੀਮਤੀ ਸਮਾਂ ਉਹ ਅਸੀਂ ਗੱਪਾਂ 'ਚ ਨਹੀਂ ਗੁਜ਼ਾਰਨਾ। ਪਰ ਚਲੋ ਮੈਂ ਤੇ ਗੱਲ ਸਵਾਦ ਦੀ ਕਰਨੀ ਹੈ ਕਿ ਮਾਂ ਨੂੰ ਬੱਚੇ ਨੂੰ ਸਿਰ ਲਾਡ ਕਰਦੀ ਹੈ, ਮਾਂ ਬੱਚੇ ਨੂੰ ਛਾਤੀ ਨਾਲ ਲਾਉਂਦੀ ਤੇ ਬੱਚੇ ਨੂੰ ਬੜਾ ਸਵਾਦ ਆਉਂਦਾ ਹੈ ਤੇ ਮਾਤਾ ਨੂੰ ਬੜਾ ਸਵਾਦ ਆਉਂਦਾ। ਤੋ ਬਾਣੀ 'ਚ ਇਹ ਵੀ ਲਿਖਿਆ ਹੈ ਜੋ ਕਾਮੀ ਕਾਮ ਲੁਭਾਵੇ, ਗੱਲ ਤੇ ਸਾਰੀ ਸਵਾਦ। ਤੋ ਖੈਰ ਮੈਂ ਬਹੁਤਾ ਨਾ ਲੰਬਾ ਜਾਵਾਂ, ਸਿਰਫ ਬੇਨਤੀ ਕਰਨੀ ਚਾਹਨਾ ਕਿ ਸਮਾਂ ਆਪਾਂ ਇਹ ਕਰ ਸਕਦੇ ਹਾਂ ਕਿ ਮਨੁੱਖੀ ਜ਼ਿੰਦਗੀ ਜਿਹੜੀ ਹੈ ਉਹ ਸਵਾਦ ਦੀ ਭੁੱਖ ਹੀ ਹੈ। ਸਵਾਦ ਪਿੱਛੇ ਜਾਂਦੇ ਹਾਂ। ਜਿਸ ਜ਼ਿੰਦਗੀ 'ਚ ਸਵਾਦ ਨਹੀਂ ਹੈ, ਜਿਸ ਮਨੁੱਖ ਦੇ ਅੰਦਰ ਸਵਾਦ ਖਤਮ ਹੋ ਗਿਆ, ਉਹ ਤੇ ਮਾਨਸਿਕ ਰੋਗੀ ਬਣ ਸਕਦਾ। ਜੇ ਆਪਾਂ ਸਵਾਦ ਗੱਲ ਕਰ ਦਈਏ, ਸਵਾਦ ਦੀ, ਸਵਾਦ ਸਿਰਫ ਮਨੁੱਖਾਂ ਨੂੰ ਨਹੀਂ, ਇਹ ਤੇ ਪਸ਼ੂ ਪੰਛੀਆਂ ਨੂੰ ਸਵਾਦ ਹੈ। ਗੁਰਬਾਣੀ ਦੀ ਇੱਕ ਤੁਕ ਅਸੀਂ ਆਮ ਸੁਣਦੇ ਹਾਂ, ਜੇਬਾ ਸਵਾਦੀ ਲੀਲਤ ਲੋ। ਉਹ ਮੱਛੀ ਨੂੰ ਜੀਭਾ ਦੀ ਚਟਸਾਲ ਹੈ ਤੇ ਆਪਣੇ ਉਸ ਜੀਭ ਦੇ ਚਟਸਾਲ ਕਰਕੇ ਉਹ ਦੇਖਦੀ ਨਹੀਂ ਵੀ ਜਿਸ ਕੁੰਡੀ ਨਾਲ ਮਾਸ ਫਸਿਆ, ਜਿਹੜਾ ਮੈਂ ਮਾਸ ਖਾਣ ਚੱਲੀ ਹਾਂ, ਇਹ ਕੁੰਡੀ ਜਿਹੜੀ ਹੈ ਮੇਰੀ ਜਾਨਲੇਵਾ ਸਾਬਤ ਹੋਏਗੀ। ਪਰ ਨਹੀਂ, ਜੇਬਾ ਸਵਾਦੀ ਲੀਲਤ ਲੋ, ਉਹ ਜਾ ਕੇ ਉਹਨੂੰ ਉਸ ਜਿਹੜੀ ਲੋਹਾ ਹੈ ਭਾਵ ਕੁੰਡੀ ਹੈ ਉਹਨੂੰ ਜਾ ਕੇ ਮੂੰਹ ਪਾਉਂਦੀ ਹੈ ਤੇ ਫਸ ਜਾਂਦੀ ਹੈ ਤੇ ਮੁੜ ਕੇ ਫਿਰ ਜੋ ਉਹਦਾ ਹਾਲ ਹੁੰਦਾ। ਇਸ ਤਰ੍ਹਾਂ ਗੁਰਬਾਣੀ ਵਿੱਚ ਹੋਰ ਬੜੇ ਇਹੋ ਜਿਹੇ ਸਾਧ ਸੰਗਤ ਦੀ ਸਾਨੂੰ ਐਗਜ਼ਾਮਪਲਸ ਮਿਲਦੇ ਨੇ। ਜਿਵੇਂ ਭਵਰੇ ਦੀ ਗੱਲ ਆਉਂਦੀ ਹੈ ਕਿ ਭਵਰਾ ਜਿਹੜਾ ਹੈ ਉਹਨੂੰ ਵਾਸ਼ਨਾ ਦਾ ਸਵਾਦ, ਫੁੱਲ ਦੇ ਮਕਰੰਦ ਵਿੱਚ ਇੰਨਾ ਡੂੰਘਾ ਚਲ ਜਾਂਦਾ ਹੈ ਕਿ ਫੁੱਲ ਬੰਦ ਹੋ ਜਾਂਦਾ ਹੈ, ਉਹਦੀ ਜਾਨ ਖਤਮ ਹੋ ਜਾਂਦੀ, ਪਰ ਛੱਡਦਾ ਨਹੀਂ। ਇੱਕ ਭੌਰਾ ਜਾਂਦਾ, ਦੂਜਾ ਫੇਰ ਆ ਜਾਂਦਾ। ਬਾਣੀ 'ਚ ਲਿਖਿਆ ਹੈ ਭਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੇ। ਇਸੇ ਤਰ੍ਹਾਂ ਹੋਰ ਬੜੀਆਂ ਐਗਜ਼ਾਮਪਲਸ ਨੇ। ਹਿਰਨ ਦੀ ਗੱਲ ਆਉਂਦੀ ਹੈ, ਨਾਦ ਕੁਰੰਕੈ ਬੇਦਿਆ ਸਨਮੁਖ ਹਟਾਵੇ। ਉਹਨੂੰ ਐਸੀ ਉਹ ਇੱਕ ਖਾਸ ਕਿਸਮ ਦਾ ਜੋ ਸੰਗੀਤ ਹੈ, ਉਹਦੀ ਉਹ ਕਮਜ਼ੋਰੀ ਹੈ ਉਸ ਹਿਰਨ ਦੀ। ਉਹ ਫਿਰ ਜਿਸ ਵੇਲੇ ਸ਼ਿਕਾਰੀ ਹੈ ਉਹਨੂੰ ਪਕੜਨ ਲਈ ਉਹ ਨਾਦ ਵਜਾਉਂਦਾ ਹੈ, ਉਹ ਉਧਰ ਦੌੜਿਆ ਆਉਂਦਾ ਤੇ ਉਹਦੇ ਜਾਲ ਵਿੱਚ ਫਸ ਜਾਂਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਮਨੁੱਖ ਹੋਵੇ, ਪਸ਼ੂ ਹੋਣ, ਪੰਛੀ ਹੋਣ, ਸਾਰੇ ਕਿਸੇ ਨਾ ਕਿਸੇ ਸਵਾਦ ਦੇ ਪਿੱਛੇ ਦੌੜੇ ਫਿਰਦੇ। ਤੇ ਇਹ ਸਵਾਦ ਚੰਗਾ ਹੈ ਕਿ ਮਾੜਾ ਹੈ, ਇੱਕ ਵੱਖਰਾ ਵਿਸ਼ਾ ਸਾਧ ਸੰਗਤ ਜੀ। ਪਰ ਮੈਂ ਇੱਕ ਗੱਲ ਬੇਨਤੀ ਕਰਦੇ ਹਾਂ ਬਈ ਜਿਵੇਂ ਹੁਣ ਮੈਂ ਗੱਲ ਕੀਤੀ ਹੈ, ਆਲਸ ਦੀ ਗੱਲ ਕੀਤੀ ਹੈ, ਨਸ਼ਿਆਂ ਦੀ ਗੱਲ ਕੀਤੀ ਹੈ, ਗਪੌੜੀਆਂ ਦੀ ਗੱਲ ਕੀਤੀ ਹੈ, ਉਹਨਾਂ ਸਵਾਦਾਂ ਦੀ ਗੱਲ, ਜਿਹੜੇ ਮਾੜੇ ਸਵਾਦ ਨੇ ਉਹ ਤਾਂ ਜੀਵਨ 'ਚ ਬਿਲਕੁਲ ਨਹੀਂ ਹੋਣੇ ਚਾਹੀਦੇ ਨਾ। ਉਹ ਠੀਕ ਹੈ, ਉਹ ਸਵਾਦ ਜੇ ਹੁਣ ਜਿਵੇਂ ਨਸ਼ਈ ਨੂੰ ਨਸ਼ੇ ਦਾ ਸਵਾਦ ਹੈ, ਭਾਵੇਂ ਉਹਦਾ ਜੀਵਨ ਗਰਕ ਹੋ ਜਾਏ, ਛੱਡ ਨਹੀਂ ਸਕਦਾ, ਉਹ ਮਾੜੀ ਚੀਜ਼। ਸੋ ਮਾੜੀਆਂ ਚੀਜ਼ਾਂ ਤਾਂ ਮਾੜੀਆਂ, ਉਹਨਾਂ ਦੀਆਂ ਗੱਲਾਂ ਛੱਡ ਦਿਓ। ਪਰ ਜਿਹੜੀਆਂ ਚੀਜ਼ਾਂ ਠੀਕ ਵੀ ਨੇ, ਜਿਵੇਂ ਹੁਣ ਆਪਾਂ ਕਿਹਾ ਭੋਜਨ ਛਕਣਾ, ਡਰੈਸਾਂ ਪਾਉਣਾ ਜਾਂ ਹੋਰ ਕਿਤੇ ਘੁੰਮਣਾ ਫਿਰਨਾ ਜਾਣਾ, ਜਿਹੜੇ ਉਹ ਸਵਾਦ ਨੇ, ਉਹ ਵੀ ਜਿਹੜੇ ਸਵਾਦ ਨੇ ਨਾ ਕਿਸੇ ਲਿਮਟ ਵਿੱਚ ਹੋਣ ਤਾਂ ਠੀਕ ਨੇ। ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਹੈ, ਚੰਗੇ ਮੰਦੇ ਦੀ ਪਰਖ ਸਾਨੂੰ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਉਹ ਜ਼ਰੂਰੀ ਨੇ, ਜਿਵੇਂ ਪ੍ਰਸ਼ਾਦਾ ਛਕਣਾ ਜ਼ਰੂਰੀ, ਪਰ
ਸਾਡੀ ਜਿਹੜੀ ਵਿਵੇਕ ਹੈ ਉਹ ਸਾਨੂੰ ਦੱਸਦੀ ਹੈ ਵੀ ਕਿਸ ਕਿਸਮ ਦਾ ਪ੍ਰਸ਼ਾਦਾ ਛਕਣਾ ਤੇ ਕਿੰਨੀ ਕੁਆਂਟੀਟੀ ਛਕਣਾ। ਇਹ ਨਹੀਂ ਕਿ ਜੇ ਸਵਾਦ ਆ ਗਿਆ ਆਲੂ ਦੇ ਪਰੌਂਠੇ ਨੇ ਫਿਰ 2-3 ਛਕ ਲਏ ਤੇ ਬਾਅਦ ਚ ਭਾਵੇਂ ਉਫ ਕਰਦਾ ਫਿਰੇ। ਸੋ ਮਤਲਬ ਇਹ ਹੈ ਕਿ ਜਿਹੜੇ ਸਵਾਦ ਤਾਂ ਹੈ ਨੇ, ਮੈਂ ਪਹਿਲੇ ਬੇਨਤੀ ਕੀਤੀ ਹੈ, ਸਵਾਦ ਬਗੈਰ ਤਾਂ ਜ਼ਿੰਦਗੀ ਨਹੀਂ ਹੈ, ਪਰੰਤੂ ਸਵਾਦ ਜਿਹੜੇ ਨੇ ਉਹਨਾਂ ਤੇ ਲਗਾਮ ਲਾ ਕੇ ਰੱਖਣੀ, ਉਹਨਾਂ ਨੂੰ ਕੰਟਰੋਲ 'ਚ ਰੱਖਣਾ ਇਹ ਬੜਾ ਜ਼ਰੂਰੀ ਹੈ। ਵਰਨਾ ਕੀ ਹੁੰਦਾ ਹੈ ਕਿ ਜੇ ਸਵਾਦ ਨੂੰ ਰਸ ਕਹਿੰਦੇ ਨਾ, ਕਹਿੰਦੇ ਜੇਕਰ ਸਵਾਦ ਦੇ ਪਿੱਛੇ ਅਸੀਂ ਕੋਈ ਲਿਮਿਟ ਨਾ ਰੱਖੀਏ, ਆਪਣੀ ਕੋਈ ਵਿਵੇਕ ਨਾ ਰੱਖੀਏ, ਤਾਂ ਇਹ ਰਸ ਜਿਹੜਾ ਰਸ-ਕਸ ਬਣਦਾ। ਰਸ-ਕਸ ਲਫ਼ਜ਼ ਜਿਹੜਾ ਉਹਦੇ ਅਰਥ ਨੇ ਰਸ ਮਾਨੇ ਸਵਾਦ ਤੇ ਕਸ ਮਾਨੇ ਕਸੈਲਾ। ਜਿਹੜੀ ਚੀਜ਼ ਖਰਾਬ ਹੋ ਜਾਏ, ਕਸੈਲੀ ਹੋ ਜਾਏ, ਕੌੜੀ ਹੋ ਜਾਏ, ਜ਼ਹਿਰੀਲੀ ਹੋ ਜਾਏ, ਉਹਨੂੰ ਆਪਾਂ ਕਸੈਲਾ ਕਹਿੰਦੇ। ਤਾਂ ਜਿਸ ਵੇਲੇ ਰਸਾਂ ਤੇ ਸਵਾਦ ਦੇ ਆਪਾਂ ਲਗਾਮ ਨਾ ਲਾਵਾਂਗੇ, ਭਾਵੇਂ ਉਹ ਖਾਣ ਪੀਣ ਦੀ ਹੋਣ, ਪਹਿਨਣ ਦੀ ਹੋਣ, ਘੁੰਮਣ ਫਿਰਨ ਦੇ ਹੋਣ, ਜਾਂ ਕੋਈ ਚੀਜ਼ ਸੁਣਾਉਣ ਦੇ ਵੀ ਹੋਣ, ਜੇਕਰ ਉਹਨਾਂ ਨੂੰ ਅਸੀਂ ਲਿਮਿਟ ਲੈਸ ਕਰ ਦਿਆਂਗੇ ਤਾਂ ਫਿਰ ਤੇ ਇੰਝ ਹੀ ਹੈ ਜਿਵੇਂ ਦਰਿਆ ਦਾ ਪਾਣੀ ਜਿਹੜਾ ਹੈ ਮਨੁੱਖ, ਪਸ਼ੂ, ਪੰਛੀਆਂ ਸਭ ਲਈ ਉਹ ਬੜਾ ਗਨੀਮਤ ਹੈ, ਬਹੁਤ ਗਨੀਮਤ। ਪਰ ਜੇਕਰ ਉਹੀ ਜਿਹੜਾ ਪਾਣੀ ਹੈ ਉਹਦੇ ਕੰਢਿਆਂ ਨੂੰ ਟੱਪ ਜਾਂਦਾ ਤੇ ਫਿਰ ਸਾਧ ਸੰਗਤ ਉਹੀ ਪਾਣੀ ਜਿਹੜਾ ਸਾਡੇ ਲਈ ਗਨੀਮਤ ਸੀਗਾ ਉਹ ਤਬਾਹੀ ਦਾ ਕਾਰਨ ਬਣ ਜਾਂਦਾ। ਇਸੇ ਤਰ੍ਹਾਂ ਇਹ ਸਵਾਦ ਨੇ, ਜੇ ਤਾਂ ਲਿਮਿਟ ਦੇ ਵਿੱਚ ਨੇ ਤਾਂ ਫਿਰ ਤੇ ਸਾਡੇ ਲਈ ਬੜੇ ਫਾਇਦੇਮੰਦ ਨੇ, ਪਰ ਜੇ ਲਿਮਿਟ ਤੋਂ ਬਾਹਰ ਚਲੇ ਜਾਂਦੇ ਨੇ ਤੇ ਸਾਡੇ ਲਈ ਘਾਤਕ। ਉਹੀ ਸਵਾਦ ਜਿਹੜਾ ਸਾਡੇ ਲਈ ਫਾਇਦੇਮੰਦ ਸੀਗਾ, ਜਿਸ ਵੇਲੇ ਲਿਮਿਟ ਲੈਸ ਹੋ ਜਾਂਦਾ ਤੇ ਫਿਰ ਉਹ ਸਾਧ ਸੰਗਤ ਘਾਤਕ ਹੋ ਜਾਂਦਾ। ਜਿਵੇਂ ਫੋਟੋ ਫਰੇਮ 'ਚ ਜਿਹੜੀ ਹੁੰਦੀ ਹੈ ਬੜੀ ਇੰਟੈਕਟ ਠੀਕ ਰਹਿੰਦੀ ਹੈ, ਪਰ ਫੋਟੋ ਜੇਕਰ ਫਰੇਮ ਤੋਂ ਬਾਹਰ ਨਿਕਲ ਜਾਏ ਤਾਂ ਫੋਟੋ ਖਤਮ ਹੋ ਜਾਂਦੀ, ਖਰਾਬ ਹੋ ਜਾਂਦੀ। ਇਸੇ ਤਰ੍ਹਾਂ ਜਿਹੜੇ ਸਵਾਦ ਨੇ ਇਹਨਾਂ ਤੇ ਕੰਟਰੋਲ ਰੱਖਣਾ ਬੜਾ ਜ਼ਰੂਰੀ ਹੈ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਸਾਨੂੰ ਇਹਦੇ ਬਾਰੇ ਖਬਰਦਾਰ ਕੀਤਾ। ਸ੍ਰੀ ਰਾਗ ਵਿੱਚ ਪਾਤਸ਼ਾਹ ਜੀ ਦੇ ਬਚਨ ਨੇ, ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਭਾਵ ਕਿ ਸੋਨੇ ਚਾਂਦੀ ਕਾਮ ਵਸ਼ਨਾਵਾਂ ਸੁਗੰਧੀਆਂ ਦਾ ਚਸਕਾ, ਸਵਾਰੀਆਂ, ਨਰਮ ਸੇਜਾ, ਮਿੱਠੇ ਪਦਾਰਥ, ਭਾਵ ਸਾਹਿਬ ਜੀਭਾ ਦੀ ਟਕਸਾਲ ਦੇ ਚਸਕਿਆਂ ਵਿੱਚ ਮਨੁੱਖ ਦੀ ਅਗਰ ਜ਼ਿੰਦਗੀ ਇੰਨੀ ਖਚਤ ਹੋ ਜਾਏਗੀ ਕਿ ਫਿਰ ਉਹਦਾ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ ਜਾਏਗਾ। ਜਿਹੜਾ ਸਾਡਾ ਜ਼ਿੰਦਗੀ ਦਾ ਲਕਸ਼ ਹੈ ਕਿ ਅਸੀਂ ਵਾਹਿਗੁਰੂ ਜੀ ਨਾਲ ਜੁੜਨਾ ਹੈ, ਨਾਮ ਰਸ ਨਾਲ ਜੁੜਨਾ ਹੈ, ਅਸੀਂ ਅਨ ਰਸਾਂ 'ਚ ਜੇ ਡੁੱਬ ਗਏ ਤਾਂ ਨਾਮ ਰਸ ਸਾਡੇ ਕੋਲ ਕਿੱਥੇ ਜਾਪਣਾ। ਔਰ ਅੱਜ ਸਾਡੀ ਬਹੁਤ ਗਿਣਤੀ ਹਾਲਾਤ ਐਸੀ ਹੈ ਸਾਡੀ ਕਿ ਅਸੀਂ ਜ਼ਿੰਦਗੀ ਦੇ ਜਿਹੜੇ ਬਾਕੀ ਸਵਾਦ ਨੇ, ਜਿਹੜੇ ਦੁਨਿਆਵੀ ਚਸਕੇ ਨੇ, ਉਹਨਾਂ 'ਚ ਅਸੀਂ ਬੜੇ ਐਕਸਪਰਟ ਹਾਂ ਔਰ ਉਹਨਾਂ ਲਈ ਅਸੀਂ ਪੂਰਾ ਐਗਜ਼ਰਟ ਵੀ ਕਰਦੇ, ਪੂਰੀ ਮਿਹਨਤ ਵੀ ਕਰਦੇ ਹਾਂ ਔਰ ਉਹਨਾਂ ਦੇ ਅਸੀਂ ਸਭ ਪੂਰਾ ਪ੍ਰਬੰਧ ਕੀਤਾ। ਪਰੰਤੂ ਜਿਹੜਾ ਨਾਮ ਰਸ ਹੈ, ਜਿਹੜੇ ਦਾਤੇ ਨੇ ਸਾਨੂੰ ਸਭ ਕੁਝ ਦਿੱਤਾ ਹੈ, ਜਿਹੜਾ ਉਹਦੇ ਨਾਮ ਦਾ ਰਸ ਹੈ, ਉਹਦੇ ਲਈ ਸਾਡੇ ਕੋਲ ਟਾਈਮ ਹੀ ਨਹੀਂ। ਸਾਡੇ ਕੋਲ ਘੁੰਮਣ ਲਈ ਟਾਈਮ ਹੈ ਕਿਉਂਕਿ ਘੁੰਮਣ 'ਚ ਸਵਾਦ ਆਉਂਦਾ ਹੈ, ਖਾਣ ਪੀਣ ਲਈ ਟਾਈਮ ਹੈ ਕਿਉਂਕਿ ਸਵਾਦ ਆਉਂਦਾ ਹੈ, ਪਰੰਤੂ ਨਾਮ ਜਪਣ ਲਈ ਸਾਡੇ ਕੋਲ ਸਮਾਂ ਹੀ ਨਹੀਂ, ਸੰਗਤ ਕਰਨ ਲਈ ਸਮਾਂ ਨਹੀਂ ਹੈ। ਨਿਤਨੇਮ ਅਸੀਂ ਚਾਹੁੰਦੇ ਹਾਂ ਕਿ ਫਟਾਫਟ ਦੌੜਦੇ ਕਰ ਲਈਏ। ਜਾਂ ਮੈਂ ਦੇਖਿਆ, ਕਿਉਂਕਿ ਜ਼ਿੰਦਗੀ ਇੰਨੀ ਤੇਜ਼ ਹੋ ਗਈ ਨਹੀਂ, ਮੈਂ ਗਲਤ ਵੀ ਹੋ ਸਕਦਾ, ਪਰੰਤੂ ਮੈਂ ਕੁਛ ਕੈਸਟਸ ਦੇਖੀਆਂ ਨੇ, YouTube ਤੇ ਅੱਜ ਕੱਲ੍ਹ ਸਭ ਕੁਝ ਮਿਲ ਜਾਂਦਾ ਕਿ ਉਹ ਇੰਨੀ ਤੇਜ਼ੀ ਨਾਲ ਪਾਠ ਕਰਦੇ ਨੇ ਤੇ ਕਈ ਲੋਕੀ ਕਹਿੰਦੇ ਵੀ ਠੀਕ ਹੈ ਜੀ ਵੀ 15 ਮਿੰਟ ਤੇ ਨਿਤਨੇਮ ਹੋ ਜਾਂਦਾ, ਮਤਲਬ ਇੰਨੀ ਤੇਜ਼ੀ 'ਚ ਪਾਠ ਕਰਦੇ ਨੇ। ਉਹ ਠੀਕ ਹੈ, ਗਲਤ ਹੈ, ਮੈਂ ਇਹਦਾ ਕੋਈ ਡਿਸਾਈਡ ਨਹੀਂ ਕਰ ਸਕਿਆ, ਪਰ ਮੈਂ ਦੱਸ ਰਿਹਾ ਕਿ ਉਹਦਾ ਕਾਰਨ ਕੀ ਹੈ। ਕਿ ਇੱਕ ਗੱਲ ਤੇ ਸਪਸ਼ਟ ਹੈ ਨਾ ਕਿ 24 ਘੰਟਿਆਂ 'ਚ ਉਹਨਾਂ ਕੋਲ ਨਿਤਨੇਮ ਲਈ ਘੰਟਾ ਨਹੀਂ ਨਿਕਲ ਸਕਦਾ, ਬਾਕੀ ਸਾਰੇ ਠੀਕ ਨੇ। ਤੋ ਕਿਉਂਕਿ ਅਨ ਰਸ ਜਿਹੜੇ ਦੂਸਰੇ ਨੇ ਇਹਨਾਂ ਸਾਡੇ 'ਚ ਬਹੁਤ ਬਹਿਤਾਤ ਹੋ ਗਈ ਹੈ, ਜਿਸ ਕਰਕੇ ਨਾਮ ਰਸ ਵੱਲ ਅਸੀਂ ਜਾਂਦੇ ਹੀ ਨਹੀਂ। ਔਰ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਸ਼ਬਦ ਦੀ ਅਗਲੀ ਤੋਂ ਕਿਹਾ ਕਿ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਭਲਿਆ ਜਿਸ ਸਰੀਰ ਵਿੱਚ ਇੰਨੇ ਚਸਕੇ ਭਰੇ ਪਏ ਨੇ, ਤੈਨੂੰ ਖਾਣ ਦਾ ਚਸਕਾ, ਤੈਨੂੰ ਪੀਣ ਦਾ ਚਸਕਾ, ਤੈਨੂੰ ਹੋਰ ਕਈ ਚਸਕੇ, ਤੇ ਉੱਥੇ ਤੇਰਾ ਪਹਿਲੇ ਹੀ ਜਿਹੜਾ ਮਨ ਦਾ ਭਾਂਡਾ ਹੈ ਉਹ ਪਹਿਲੇ ਹੀ ਭਰਿਆ। ਆਸਾ ਕੀ ਵਾਰ ਚਾਹੁੰਦਾ ਨਾ ਕਿ ਦੂਜੀ ਹੋਵੇ ਪਾਸ। ਜੇ ਆਪਾਂ ਇੱਕ ਚੀਜ਼ ਕਿਸੇ ਨੂੰ ਅਕੋਮੋਡੇਟ ਕਰਨਾ ਹੈ ਤੇ ਦੂਜੀ ਜਿਹੜੀ ਪਹਿਲੇ ਭਰੀ ਪਈ ਉਹਨੂੰ ਕੱਢਣਾ ਪੈਣਾ। ਸੋ ਇਸ ਕਰਕੇ ਜਿਹੜੇ ਸਾਡੇ ਅੰਦਰ ਇਹ ਜਿਹੜੇ ਰਸ ਨਕ ਭਰੇ ਪਏ ਨੇ, ਥੋੜੇ ਜਿਹੇ ਘਟਾਉਣੇ ਪੈਣੇ। ਘਟਾਉਣ ਦਾ ਮਤਲਬ ਲਿਮਿਟ 'ਚ ਰੱਖਣੇ ਆ, ਇਹ ਨਹੀਂ ਕਹਿੰਦਾ ਨਹੀਂ ਕਰਨੇ, ਛਕੀਏ ਕਰੀਏ, ਜੋ ਸਭ ਕੁਝ ਕਰੀਏ ਸਵਾਦ ਲਈ, ਪਰੰਤੂ ਸਵਾਦ ਉਹ ਨਾ ਹੋਵੇ ਕਿ ਸਵਾਦ ਹੀ ਸਾਰਾ ਸਮਾਂ ਲੈ ਜਾਣ ਤੇ ਮੁੜ ਕੇ ਸਾਡੇ ਕੋਲ
ਨਾਮ ਰਸ ਲਈ ਸਮਾਂ ਹੀ ਨਾ ਹੋਵੇ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਤੋ ਸਾਧ ਸੰਗਤ ਜੀ ਸਮਾਂ ਹੋ ਰਿਹਾ, ਮੈਂ ਥੋੜਾ ਜਿਹਾ ਇਹਦੇ ਰਸ ਬਾਰੇ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਜੀ। ਤੇ ਨਾਮ ਰਸ ਕੀ, ਆਪਾਂ ਹੁਣੇ ਪਹਿਲੇ ਅਨ ਰਸਾਂ ਦੀ ਗੱਲ ਕੀਤੀ ਹੈ, ਤੋ ਨਾਮ ਰਸ ਕੀ ਹੈ? ਉਹ ਸਿੰਪਲ ਇਹ ਹੈ ਕਿ ਦੁਨੀਆ ਦੇ ਕਾਰ ਵਿਹਾਰ ਕਰਦੇ ਹਰ ਸਮੇਂ ਪਰਮਾਤਮਾ ਦੀ ਯਾਦ ਇੱਕ ਰਸ ਬਣੀ ਰਹਿਣ, ਇਹੀ ਨਾਮ ਰਸ। ਜਿਸ ਤਰ੍ਹਾਂ ਸਾਧ ਸੰਗਤ ਜੀ ਨਾਮ ਰਸ ਦਾ ਲਾਭ ਕੀ ਹੈ ਕਿ ਬਾਣੀ ਚ ਆਇਆ ਕਿ ਦੀਵਾ ਬਲੇ ਹਨੇਰਾ ਜਾਏ, ਕਿ ਜਿਸ ਵੇਲੇ ਚਾਨਣ ਹੋ ਜਾਏ ਤਾਂ ਉਸ ਵੇਲੇ ਹਨੇਰਾ ਆਪਣੇ ਆਪ ਚਲੇ ਜਾਂਦਾ। ਇਹ ਕਦੀ ਵੀ ਨਹੀਂ ਹੋਇਆ ਕਿ ਚਾਨਣ ਵੀ ਹੋਵੇ ਤੇ ਹਨੇਰਾ ਵੀ ਹੋਵੇ, ਇਹ ਕਦੀ ਵੀ ਨਹੀਂ ਹੋ ਸਕਦਾ। ਦੋਨੋਂ ਚੀਜ਼ਾਂ ਬਿਲਕੁਲ ਵਿਪਰੀਤ ਨੇ। ਤੋ ਚਾਨਣ ਦੀ ਲੋੜ ਹੈ। ਚਾਨਣ ਤੋਂ ਭਾਵ ਹੈ ਗਿਆਨ। ਜਿਸ ਵੇਲੇ ਸਾਡੇ ਕੋਲ ਗਿਆਨ ਆ ਜਾਂਦਾ, ਅਗਿਆਨਤਾ ਆਪੇ ਉੱਡ ਜਾਂਦੀ। ਭਾਵ ਅਗਿਆਨਤਾ ਕਰਕੇ ਜਿਹੜੇ ਅਸੀਂ ਅਨ ਰਸਾਂ 'ਚ ਫਸੇ ਹਾਂ, ਜਿਸ ਵੇਲੇ ਗਿਆਨ ਦਾ ਦੀਵਾ ਜਗ ਜਾਏਗਾ, ਅਸੀਂ ਅਨ ਰਸਾਂ ਤੋਂ ਜਿਹੜੇ ਫਸੇ ਹਾਂ, ਫਸੇ ਨਹੀਂ ਰਵਾਂਗੇ ਤੇ ਨਾਮ ਰਸ ਵੱਲ ਵੀ ਸਾਡਾ ਝੁਕਾਅ ਜਿਹੜਾ ਹੋ ਜਾਏ। ਤੋ ਇਸ ਕਰਕੇ ਜਿਹੜਾ ਵੀ ਅਨੁਭਵੀ ਪੁਰਸ਼ ਹੈ, ਜਿਹੜਾ ਨਾਮ ਰਸ ਰਸੀ ਹੈ, ਉਹਦੇ ਉੱਤੇ ਪਾਪ ਵਿਕਾਰ ਜਾਂ ਜਿਹੜੀਆਂ ਲਾਲਚ ਜਾਂ ਬੇਈਮਾਨੀਆਂ ਜਾਂ ਠਗੀਆਂ ਦਾ ਸਵਾਦ ਹੈ ਨਾ, ਉਹਦੇ ਤੇ ਪ੍ਰਭਾਵ ਹੀ ਨਹੀਂ ਪਾਉਂਦਾ। ਜਿਵੇਂ ਮੈਂ ਬੇਨਤੀ ਕੀਤੀ ਹੈ ਨਾ, ਦੀਵਾ ਬਲੇ ਅੰਧੇਰਾ ਜਾਏ। ਤੋ ਗਿਆਨ ਦਾ ਚਾਨਣ, ਭਾਵ ਗਿਆਨ ਤੋਂ ਭਾਵੇਂ ਸੋਝੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸ ਚੀਜ਼ ਨੂੰ ਕਿੰਨੀ ਕੁ ਲਿਮਟ ਵਿੱਚ ਰੱਖਣਾ ਹੈ। ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਵੇਲੇ ਸਵਾਸ ਵਾਹਿਗੁਰੂ ਜੀ ਨਾਲ ਜੁੜੇ ਰਹੀਏ। ਦੇਖੋ ਬਾਣੀ ਤਾਂ ਆਪਾਂ ਰੋਜ਼ ਪੜ੍ਹਦੇ ਹਾਂ ਤੇ ਬਾਣੀ ਸਾਨੂੰ ਇਹ ਹਰ ਰੋਜ਼ ਐਸਾ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਭਲਿਆ ਤੂੰ ਨਾਮ ਨਾਲ ਜੁੜ, ਤੂੰ ਵਾਹਿਗੁਰੂ ਦੇ ਨਾਮ ਨਾਲ ਜੁੜ। ਜਿਹਨੇ ਸਭ ਕੁਝ ਦਿੱਤਾ ਹੈ, ਜਿਸ ਦਾਤੇ ਨੇ ਸਭ ਕੁਝ ਦਿੱਤਾ ਹੈ, ਉਹਦੀਆਂ ਦਾਤਾਂ ਦਾ ਆਨੰਦ ਮਾਣ, ਪਰੰਤੂ ਦਾਤੇ ਨੂੰ ਭੁਲਾ ਕੇ ਨਹੀਂ, ਦਾਤੇ ਨੂੰ ਯਾਦ ਕਰਕੇ। ਸਗੋਂ ਸਵਾਸ ਉਹਦਾ ਧੰਨਵਾਦ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ ਕਿ ਸੱਚੇ ਪਾਤਸ਼ਾਹ ਸ਼ੁਕਰ ਹੈ ਤੂੰ ਮੈਨੂੰ ਇਹ ਵੀ ਦਿੱਤਾ, ਉਹ ਵੀ ਦਿੱਤਾ। ਆਪਣੇ ਕਿਤੇ ਸਰੀਰ ਵਾਲੀ ਸ਼ੀਸ਼ੇ 'ਚ ਦੇਖੀਏ ਤੇ ਸਾਡੇ ਮੂੰਹੋਂ ਨਿਕਲਣਾ ਚਾਹੀਦਾ ਵਾਹ ਗੁਰੂ, ਤੁਸੀਂ ਕਿਤਨੀ ਸਾਡੇ ਤੇ ਕਿਰਪਾ ਕੀਤੀ ਹੈ। ਸੋ ਇਸ ਕਰਕੇ ਨਾਮ ਰਸ ਕੀ ਹੈ ਕਿ ਹਰ ਵੇਲੇ ਵਾਹਿਗੁਰੂ ਦੀ ਯਾਦ ਬਣੀ ਰਹਿਣੀ, ਤਾਂ ਜੇ ਸਾਡੇ ਉਹਦਾ ਲਾਭ ਕੀ ਹੈ ਕਿ ਪਾਪ ਵਿਕਾਰ ਭੈੜੀਆਂ ਗੱਲਾਂ ਜਿਹੜੀਆਂ ਨੇ, ਜਿਹੜੀਆਂ ਸਾਨੂੰ ਆਤਮਿਕ ਜੀਵਨ ਰਸਤੇ 'ਚ ਰੁਕਾਵਟ ਬਣਦੀਆਂ ਨੇ, ਉਹਨਾਂ ਆਉਣਾ ਹੀ ਨਹੀਂ ਜਿਸ ਵੇਲੇ ਨਾਮ ਰਸ ਆਏ। ਤੋ ਨਾਮ ਰਸ ਤੇ ਅਨ ਰਸ ਵਿੱਚ ਅੰਤਰ ਕੀ? ਤੋ ਸਾਧ ਸੰਗਤ ਜੀ, ਦੁਨਿਆਵੀ ਜਿਹੜੇ ਭੋਗ ਨੇ ਤੇ ਚਸਕੇ ਨੇ, ਉਹਨਾਂ ਨਾਲ ਖੁਆਰੀ ਤਾਂ ਹੁੰਦੀ ਹੈ, ਪਰ ਕਦੀ ਕਿਸੇ ਦੀ ਤ੍ਰਿਪਤੀ ਨਹੀਂ ਹੋਈ। ਕੋਈ ਬੰਦਾ ਆਖੇ ਮੈਂ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਕੇ ਰੱਜ ਜਾਵਾਂਗਾ, ਨਹੀਂ। ਮੈਨੂੰ ਲੱਗਦਾ ਜਿਉਂ-ਜਿਉਂ ਇਹ ਨਵੀਆਂ ਚੀਜ਼ਾਂ ਇਜਾਦ ਹੋ ਰਹੀਆਂ ਨੇ, ਮੈਂ ਚਲੋ ਖਾਣ ਪੀਣ ਦੀ ਗੱਲ ਕਰ ਲਵਾਂ ਜਾਂ ਪਹਿਨਣ ਦੀ ਗੱਲ ਕਰ ਲਵਾਂ, ਜਿੰਨੀਆਂ ਚੀਜ਼ਾਂ ਜ਼ਿਆਦਾ ਇਜਾਦ ਹੋ ਰਹੀਆਂ ਸਵਾਦ ਲਈ, ਉਹਨਾਂ ਸਾਡੇ ਸਵਾਦ ਦੇ ਅੰਦਰ ਭਟਕਣਾ ਵੱਧ ਰਹੀ ਹੈ। ਜੇਕਰ ਅੱਜ ਤੋਂ ਆਪਾਂ 4-5 ਦਹਾਕੇ 6 ਦਹਾਕੇ ਪਿੱਛੇ ਗੱਲ ਕਰੀਏ, ਉਸ ਨਾਲ ਹੁਣ ਜੀਵਨ 'ਚ ਬੜਾ ਫਰਕ ਪੈ ਗਿਆ। ਅਸੀਂ ਬੜੀ ਤਰੱਕੀ ਕਰ ਲਈ ਹੈ ਪਦਾਰਥਕ ਤੌਰ ਤੇ, ਆਤਮਿਕ ਤੌਰ ਤੇ ਪਤਾ ਨਹੀਂ ਸੀ ਕਿੱਥੇ, ਪਦਾਰਥਕ ਤੌਰ ਤੇ ਅਸੀਂ ਬੜੇ ਅੱਗੇ ਨਿਕਲ ਰਹੇ ਹਾਂ ਔਰ ਆਏ ਦਿਨ ਅਸੀਂ ਨਿਕਲ ਰਹੇ ਹਾਂ। ਪਰ ਤੁਸੀਂ ਦੇਖਿਆ ਉਹਦੇ ਨਾਲ ਸਾਡੀ ਭਟਕਣਾ ਵੱਧ ਰਹੀ ਹੈ। ਉਹ ਭਟਕਣਾ ਵਧਣ ਦਾ ਕਾਰਨ ਹੀ ਹੈ, ਦੇਖੋ ਕੁਝ ਵੀ ਹੋਵੇ, ਇੱਕ ਮੋਟਾ ਜਿਹਾ ਇਹਦਾ ਟੈਸਟ ਕਰਨ ਦਾ ਹੈ, ਟੈਸਟ ਰੋਡ ਹੈ ਕਿ ਜਿਸ ਵੇਲੇ ਸਾਡੀ ਭਟਕਣਾ ਵੱਧ ਰਹੀ ਹੈ, ਸਮਝੋ ਅਸੀਂ ਰੱਬ ਤੋਂ ਦੂਰ ਹਾਂ। ਕਿਉਂਕਿ ਰੱਬ ਤੇ ਇੱਕ ਬੜਾ ਹੀ ਸਦਾ ਸੱਚਦਾਨੰਦ ਸਤਿਗੁਰ ਪ੍ਰਣਾਸੀ ਹੈ ਨਾ, ਉਹ ਤੇ ਇੱਕ ਸਹਿਜ ਦਾ ਗੋਲਾ ਹੈ। ਰੱਬ ਤੇ ਸਹਿਜ ਦਾ ਇੱਕ ਸਰੋਤ ਹੈ। ਤੇ ਜਿਉਂ-ਜਿਉਂ ਅਸੀਂ ਰੱਬ ਤੋਂ ਦੂਰ ਹੁੰਦੇ ਜਾਵਾਂਗੇ, ਪਦਾਰਥਾਂ ਦੇ ਨੇੜੇ ਹੁੰਦੇ ਜਾਵਾਂਗੇ, ਉਨੀ ਸਾਡੀ ਮਨ ਦੀ ਜਿਹੜੀ ਸ਼ਾਂਤੀ ਹੈ ਉਹ ਘਟਦੀ ਜਾਏ। ਪਰ ਜਿਸ ਵੇਲੇ ਨਾਮ ਰਸ ਦਾ ਸਵਾਦ ਆ ਜਾਂਦਾ ਹੈ, ਸਾਰੀਆਂ ਭਟਕਣਾ ਖਤਮ ਹੋ ਜਾਂਦੀਆਂ। ਸੋ ਇੱਕ ਮੋਟੀ ਨਿਸ਼ਾਨੀ ਹੈ ਕਿ ਜੇ ਭਟਕਣਾ ਤਾਂ ਸਮਝੋ ਨਾਮ ਰਸ ਨਹੀਂ ਹੈ, ਤੇ ਜੇ ਨਾਮ ਰਸ ਹੈ ਤੇ ਸਹਿਜ ਜ਼ਰੂਰ। ਜੇ ਆਪਾਂ ਸਹਿਜ ਵਿੱਚ ਚੱਲ ਰਹੇ ਹਾਂ, ਵੀ ਕੋਈ ਫਿਕਰ ਨਹੀਂ, ਤਾਂ ਫੇਰ ਸਮਝੋ ਕਿ ਅਸੀਂ ਨਾਮ ਰਸ ਦੇ ਰਸੀਏ ਬਣ ਰਹੇ ਹਾਂ। ਦੇਖੋ ਮਹਾਰਾਜ ਨੇ ਗੋੜੀ ਗੁਆਰੇ ਦੀ ਮਹਿਲਾ ਪੰਜਵਾਂ ਅੱਗੇ ਸ਼ਬਦ ਦੀਆਂ ਤੁਕਾਂ ਆਪਾਂ ਪੜ੍ਹਦੇ ਹਾਂ ਕਿ ਆਨ ਰਸਾ ਜੇਤੇ ਤੈਂ ਚਾਖੈ। ਕਿੰਨਾ ਕੁਝ ਖਾਣੇ ਆਪਾਂ, ਆਨ ਰਸਾ ਜੇਤੇ ਤੈਂ ਚਾਖੇ, ਨਿਮਕ ਨਾ ਤ੍ਰਿਸ਼ਨਾ ਤੇਰੀ ਰਾਤੇ। ਭਲਿਆ ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਿਸਮਾਦ। ਜਿਸ ਤਰ੍ਹਾਂ ਹਰੀ ਦਾ ਰਸ ਆਏਗਾ ਤੂੰ ਕਹੇਗਾ ਹੈ ਮੈਂ ਤੇ ਭੁੱਲਿਆ ਹੀ ਰਿਹਾ। ਅੰਮ੍ਰਿਤ ਰਸ ਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਐ ਮੇਰੀ ਰਸਨਾ, ਜਿਸ ਵੇਲੇ ਤੂੰ ਅੰਮ੍ਰਿਤ ਰਸ ਪੀਏਂਗੀ ਨਾ, ਤੇ ਤੂੰ ਕਹੇਂਗੀ ਮੈਂ ਹੁਣ ਤੱਕ ਐਵੇਂ ਜ਼ਿੰਦਗੀ ਗਵਾਈ ਲਈ, ਇਹਦੇ ਵਿੱਚ ਮਜ਼ਾ ਹੀ ਬੜਾ ਹੈ।
देखो महाराज ने बाणी च बड़े बारी सानू होर कुछ दसिया, जां को हर रस है आए, जां को रस हर रस है आया। जिस मनुख नू रस आ जाता है, किहड़ा रस? हरि दा रस। मैं हुणे बेनती कीती है ना, अन रस ते नाम रस। इत्थे महाराज ने क्लीयर किया, जां को रस रस आया, पर किहड़ा रस? हर रस है आयो, सो अन रस नाही लपटाई। जिन्हों हरि दा रस आ जाए ना, वो ਜਿਹੜੇ ਦੂਜੇ ਰਸ ਨੇ ਉਹਨਾਂ ਨਾਲ ਚੰਬੜਦਾ ਨਹੀਂ ਹੈ। ਮੈਂ ਇਹ ਨਹੀਂ ਕਿਹਾ, ਦੇਖੋ ਇੱਥੇ ਨਹੀਂ ਮਹਾਰਾਜ ਨੇ ਕਿਹਾ ਕਿ ਛੱਡਿਓ, ਛੱਡਣਾ ਨਹੀਂ, ਚੰਬੜਨਾ। ਦੇਖੋ ਚੰਬੜਨ ਤੇ ਪ੍ਰਾਪਤ ਕਰਨ 'ਚ ਬੜਾ ਫਰਕ ਹੈ। ਇੱਕ ਹੁੰਦਾ ਪ੍ਰਾਪਤ ਕਰਨਾ, ਇੱਕ ਹੁੰਦਾ ਚੰਬੜ ਹੀ ਜਾਣਾ ਉਹਦੇ ਨਾਲ, ਉਹ ਤੋਂ ਬਗੈਰ ਹੋਰ ਕੁਝ ਦਿਸਣਾ ਹੀ ਨਹੀਂ। ਮਹਾਰਾਜ ਇਸ ਕਰਕੇ ਕਲੀਅਰ ਕਰਦੇ ਨੇ ਕਿ ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਤੇ ਅਗਲੀ ਇੱਕ ਹੋਰ ਤੁਕ ਹੈ, ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਉਹ। ਜਿਸ ਵੇਲੇ ਰਾਮ ਰਸ ਦਾ ਸਵਾਦ ਆਉਂਦਾ ਨਾ, ਬਾਕੀ ਸਵਾਦ ਵਿਸਰ ਹੀ ਜਾਂਦੇ ਨੇ। ਉਹਦੇ 'ਚ ਇਹ ਨਹੀਂ ਹੈ ਕਿ ਅਸੀਂ ਪ੍ਰਸ਼ਾਦਾ ਪਾਣੀ ਛਕਣਾ ਛੱਡ ਦਿਆਂਗੇ, ਨਹੀਂ। ਪਰ ਜਿਹੜੀ ਸਾਨੂੰ ਲਪਟ ਲੱਗੀ ਸੀ ਨਾ, ਜਿਹੜਾ ਸਾਨੂੰ ਲਾਲਚ ਸੀ ਨਾ ਵੀ ਇਹ ਹੀ ਖਾ ਲਈਏ, ਉਹ ਖਾ ਲਈਏ, ਇਹ ਹੰਡਾ ਲਈਏ, ਉਹ ਕਰ ਲਈਏ, ਉਹ ਜਿਹੜੀ ਭਟਕਣਾ ਟਾਈਪ ਸੀ ਨਾ, ਉਹ ਖਤਮ ਹੋ ਜੀ। ਹੁਣ ਸਭ ਕੁਝ ਸਹਿਜ ਵਿੱਚ ਆਏਗਾ, ਆਰਾਮ ਨਾਲ, ਬੜੇ ਆਰਾਮ ਨਾਲ ਆਏਗਾ। ਕਿੰਨੀ ਵਧੀਆ ਜ਼ਿੰਦਗੀ ਹੋਵੇ ਸਾਧ ਸੰਗਤ ਜੀ, ਐਸਾ ਆ ਜਾਏ। ਤਾਂ ਆਓ ਸਾਧ ਸੰਗਤ, ਆਪਾਂ ਹੁਣ ਨਾ ਜਿਹੜਾ ਸ਼ਬਦ ਦੀ ਰਹਾਉ ਦੀ ਤੁਕ ਹੈ, ਉਹਦੀ ਗੱਲ ਆਪਾਂ ਕਰ ਲਈਏ। ਉੱਥੋਂ ਮਹਾਰਾਜ ਸਾਨੂੰ ਉੱਥੇ ਕੀ ਦੱਸਦੇ ਨੇ ਕਬੀਰ ਸਾਹਿਬ ਜੀ, ਸ਼ਬਦ ਦੀ ਰਹਾਉ ਦੀ ਤੁਕ ਹੈ ਕਿ ਉਹ ਆਖੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ। ਆਪਾਂ ਹੁਣੇ ਰਾਮ ਰਸ ਦੀ ਗੱਲ ਕੀਤੀ ਹੈ ਨਾ, ਹੁਣ ਕਬੀਰ ਸਾਹਿਬ ਕਹਿੰਦੇ ਨੇ, ਉਹ ਆਖੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ। ਜਿਸ ਮਨੁੱਖ ਨੇ ਗਿਆਨ ਦੀ ਵਿਚਾਰ ਕੀਤੀ ਤੇ ਉਹਨੂੰ ਰਾਮ ਰਸ ਦਾ ਸਵਾਦ ਆ ਗਿਆ। ਪੀਵਤ ਰਾਮ ਰਸ ਗਿਆਨ ਵਿਚਾਰਾ। ਕਈ ਟੀਕਾਕਾਰਾਂ ਨੇ ਇਹਦੇ ਅਰਥ ਇੰਝ ਵੀ ਕੀਤੇ ਨੇ ਵੀ ਗਿਆਨ ਦੀ ਵਿਚਾਰ ਕਰਨ ਨਾਲ ਰਾਮ ਰਸ ਆਉਂਦਾ, ਤੇ ਕਈਆਂ ਨੇ ਕਿਤੇ ਵੀ ਰਾਮ ਰਸ ਕਰਕੇ ਗਿਆਨ ਦੀ ਵਿਚਾਰ ਜਿਹੜੀ ਅੰਦਰ ਗਿਆਨ ਪ੍ਰਗਟ ਹੋ ਜਾਂਦਾ। ਕੁਝ ਵੀ ਹੋਵੇ, ਮਤਲਬ ਤੇ ਇਹ ਹੈ ਕਿ ਰਸ ਦਾ ਜਿਹੜਾ ਨਾਮ ਦਾ ਰਸ ਹੈ, ਉਹਦਾ ਸਵਾਦ ਲੈਣ ਵਾਲਾ ਜਿਹੜਾ ਮਨੁੱਖ ਹੈ, ਉਹਦੀ ਜ਼ਿੰਦਗੀ ਕਿਹੋ ਜਿਹੀ। ਮੈਂ ਹੁਣ ਬੇਨਤੀ ਕਰ ਰਿਹਾ ਸਾਂ ਕਿ ਸਵਾਦਾਂ ਪਿੱਛੇ ਅਸੀਂ ਭਟਕਦੇ ਰਹਿੰਦੇ, ਸਾਨੂੰ ਲਟਕ ਲੱਗੀ ਰਹਿੰਦੀ ਹੈ ਬਈ ਉਹ ਫਿਲਮ ਦੇਖ ਲਈਏ ਜੀ, ਫਲਾਣਾ ਨਾਟਕ ਦੇਖ ਲਈਏ ਜੀ, ਖਤਮ ਨਹੀਂ ਹੁੰਦੀ। ਉਮਰ ਕਿੰਨੀ ਲੰਘ ਗਈ ਹੈ, ਭਟਕਣਾ ਤੇ ਖਤਮ ਨਹੀਂ ਹੋਈਆਂ, ਸਗੋਂ ਵੱਧ ਰਹੀਆਂ। ਜਿੰਨੀ ਸਾਡੀ ਉਮਰ ਵੱਧਦੀ ਹੈ ਨਾ ਜੀ, ਬੰਦਾ ਸੋਚਦਾ ਜ਼ਰੂਰ ਹੈ, ਜਵਾਨੀ 'ਚ ਸੋਚਦਾ ਹੈਗਾ ਕੋਈ ਗੱਲ ਨਹੀਂ, ਇਸ ਵੇਲੇ ਬੁੱਢੇ ਹੋ ਜਾਣਾ, ਰਿਟਾਇਰ ਹੋ ਜਾਣਾ, ਫਿਰ ਸਾਨੂੰ ਕਿਹੜਾ ਕੰਮ ਹੈ, ਫਿਰ ਤਾਂ ਆਪਾਂ ਇਸ ਪਾਸੇ ਹੀ ਲੱਗਣਾ। ਵਿਚਾਰ ਤੇ ਚੰਗੀ ਹੈ, ਕੋਈ ਮਾੜੀ ਨਹੀਂ ਹੈ, ਪਰ ਜਿਸ ਵੇਲੇ ਬੰਦਾ ਬੁੱਢਾ ਹੋ ਜਾਂਦਾ, ਜਿਵੇਂ ਹੁਣ ਮੈਂ ਹੋ ਗਿਆ, ਉਸ ਵੇਲੇ ਆ ਕੇ ਦੇਖੀਦਾ ਵੀ ਉਹ ਜਿਹੜੀਆਂ ਭਟਕਣਾ ਸਾਨੂੰ ਖਤਮ ਤੇ ਕੋਈ ਨਹੀਂ ਹੋਈਆਂ, ਉਹ ਤਾਂ ਸਗੋਂ ਮਲਟੀਪਲਾਈ ਹੋਈਆਂ, ਵੱਧ ਗਈਆਂ। ਇਸ ਕਰਕੇ ਕੁੰਡਾ ਲਾਉਣ ਦੀ ਲੋੜ ਹੈ, ਬ੍ਰੇਕ ਲਾਉਣ ਦੀ ਲੋੜ ਹੈ ਸਾਧ ਸੰਗਤ ਜੀ। ਨਹੀਂ ਤਾਂ ਜ਼ਿੰਦਗੀ ਬੜੀ ਤੇਜ਼ ਚੱਲ ਰਹੀ ਹੈ ਤੇ ਉਹ ਨਾ ਹੋਵੇ ਕਿ ਅਸੀਂ ਆਨ ਰਸਾਂ 'ਚ ਫਸੇ ਹੀ ਨਿਕਲ ਜਾਈਏ। ਪਰ ਜਿਹੜੇ ਭਾਗਿਆਸ਼ਾਲੀ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੈ, ਉਹ ਪੀਵਤ ਰਾਮ ਰਸ ਗਿਆਨ ਵਿਚਾਰਾ, ਜਿਹੜੇ ਇਹ ਰਾਮ ਰਸ ਪੀਂਦੇ ਨੇ ਨਾ, ਉਹ ਕਹਿੰਦੇ ਨੇ ਉਹ ਆਖੋ ਕਹੀਏ ਸਹਿਜ ਮਤਵਾਰਾ। ਉਹ ਤਾਂ ਬੜੀ ਸਹਿਜ ਮਤਵਾਰਾ। ਹੁਣ ਜਿਹੜਾ ਮਤਵਾਰਾ ਲਫ਼ਜ਼ ਹੈ ਨਾ ਸਾਧ ਸੰਗਤ ਜੀ, ਇਹ ਧਿਆਨ ਦੇਣਾ ਕਿ ਇਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਕਿ ਉਸ ਕਹਿੰਦੇ ਇਹ ਤਾਂ ਐਵੇਂ ਬਾਵਲਾ ਜਿਹਾ ਜੀ, ਹੁਣ ਪਰ ਇਹਦੇ ਦੋਨੋਂ ਗਿਆਨ ਨੇ। ਬਾਵਲਾ ਕਿਸ ਕਰਕੇ ਹੈ? ਜੇਕਰ ਬੰਦਾ ਮਤਵਾਰਾ ਹੈਗਾ ਕਿਸੇ ਲਾਲ ਪਰੀ ਦੇ, ਮੇਰੇ ਕਹਿਣ ਤੋਂ ਭਾਵ ਹੈ ਜੇਕਰ ਉਹਨੂੰ ਨਸ਼ਿਆਂ ਦਾ ਮਤਵਾਰਾ ਹੈ ਤੇ ਉਹ ਵਾਕਈ ਮਾੜਾ ਹੈ, ਨਸ਼ਿਆਂ ਦਾ ਮਤਵਾਰਾ। ਪਰ ਜੇ ਉਹੀ ਮਤਵਾਰਾ ਕਿਸੇ ਚੰਗੀ ਚੀਜ਼ ਲਈ ਹੈ ਤਾਂ ਚੰਗਾ। ਇੱਥੇ ਮਹਾਰਾਜ ਨੇ ਕਿਹਾ ਪੀਵਤ ਰਾਮ ਰਸ ਗਿਆਨ ਵਿਚਾਰ, ਜਿਹੜਾ ਗਿਆਨ ਦੀ ਵਿਚਾਰ ਕਰਕੇ ਰਾਮ ਰਸ ਪੀਂਦਾ ਹੈ, ਜਿਹੜਾ ਉਹ ਮਤਵਾਲਾ ਹੈ ਨਾ, ਉਹਦੀ ਜ਼ਿੰਦਗੀ ਕਿਹੋ ਜਿਹੀ ਹੈ ਜ਼ਰਾ ਇਹ ਦੇਖਣਾ ਸਾਧ ਸੰਗਤ ਜੀ। ਉਹਦੇ ਬਾਰੇ ਲਿਖਿਆ, just a carefree and cheerful state of mind all the times, just like we breathe without any special efforts, maybe working, eating or sleeping। ਭਾਵੇਂ ਅਸੀਂ ਜਿਹੜਾ ਮਹਾਰਾਜ ਨੇ ਬਾਣੀ 'ਚ ਆਖਿਆ ਨਾ, ਖਵੰਦਿਆਂ ਪਹਿਨੰਦਿਆਂ, ਉਹਦੇ 'ਚ ਹੈ ਨਾ, ਜੋ ਕੁਝ ਆਪਾਂ ਸਾਰੇ ਜ਼ਿੰਦਗੀ ਦੇ ਕੰਮ ਕਰੀ ਜਾਈਏ, ਵਿੱਚ ਹੀ ਮੁਕਤੀ ਹੋ ਜਾਏ। ਭਾਵ ਇਹ ਹੈ ਮੁਕਤੀ ਕਾਹਦੀ ਹੈ ਕਿ ਭਟਕਣਾ ਤੋਂ ਮੁਕਤੀ ਹੋ ਜਾਏ। ਵੀ ਨਾ ਸਾਨੂੰ ਖਾਣ ਦੀ ਭਟਕਣਾ, ਨਾ ਸੌਣ ਦੀ ਭਟਕਣਾ, ਸਭ ਕੁਝ ਕਰਨਾ, ਖਾਣਾ ਵੀ, ਪੀਣਾ ਵੀ, ਪਹਿਨਣਾ ਵੀ, ਸੋਣਾ ਵੀ ਹੈ, ਪਰ ਬੜੇ ਆਰਾਮ ਨਾਲ ਸਹਿਜ। ਤੇ ਕਬੀਰ ਸਾਹਿਬ ਕਹਿੰਦੇ ਨੇ ਉਹ ਆਖੋ ਕਹੀਏ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ। ਤੋ ਇਹ ਜਿਹੜਾ ਮਤਵਾਰਾ ਹੈ ਨਾ, ਇਹ ਮਤਵਾਰਾ ਦੇ ਅਰਥ ਮੈਂ ਕਰਨਾ ਚਾਹੁੰਦਾ ਕਿ ਮਤਵਾਰਾ ਇਜ਼ ਅਨਅਟੈਚਡ, ਜਿਹਨੂੰ ਆਪਾਂ ਬਾਣੀ 'ਚ ਆਉਂਦਾ ਨਿਰਲੇਪ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਉਦਾਹਰਨ ਦਿੱਤੀ ਨਾ ਕਮਲ ਫੁੱਲ ਦੀ, ਬੜੀ ਵਾਰ ਆਪਾਂ ਪੜ੍ਹਦੇ।
ਨਿਰਲੇਪ ਤੋਂ ਭਾਵ ਹੈ ਰਹਿਣਾ ਤੇ ਉਹਦੇ ਉਸੇ ਹਾਲਾਤਾਂ 'ਚ ਹੀ ਹੈ, ਉਹਨਾਂ ਚੀਜ਼ਾਂ 'ਚ ਹੀ ਹੈ, ਉਹਨਾਂ ਵਿੱਚ ਹੀ ਹੈ, ਪਰੰਤੂ ਉਹਨਾਂ ਵਿੱਚ ਖਚਤ ਨਹੀਂ ਆਉ। ਹੁਣ ਕਮਲ ਦਾ ਫੁੱਲ ਜਿਹੜਾ ਰਹਿੰਦਾ ਤੇ ਚਿੱਕੜ ਵਿੱਚ ਹੀ ਹੈ, ਹਾਲਾਂਕਿ ਉਹਦੀ ਖੁਰਾਕ ਉਹਦੀ ਨਾਭੀ ਰਾਹੀਂ ਚਿੱਕੜ 'ਚੋਂ ਆਉਂਦੀ ਹੈ। ਪਰ ਦੇਖੋ ਕਮਾਲ ਦੀ ਗੱਲ ਹੈ, ਉਹਨਾਂ ਕਿੰਨਾ ਆਪਣੇ ਤੇ ਜ਼ਾਬਤਾ ਲਾਇਆ ਕਮਲ ਫੁੱਲ ਨੇ ਕਿ ਚਿੱਕੜ ਵਿੱਚ ਰਹਿ ਕੇ ਉੱਥੋਂ ਖੁਰਾਕ ਤੇ ਪ੍ਰਾਪਤ ਕਰਦਾ, ਪਰੰਤੂ ਚਿੱਕੜ ਦੀ ਗੰਦਗੀ ਆਪਣੀਆਂ ਪੰਖੜੀਆਂ ਤੇ ਨਹੀਂ ਪੈਣ ਦਿੰਦਾ। ਤਾਂ ਹੀ ਹਮਾਰੇ ਨਿਬਾਣੀ 'ਚ ਬੜੀ ਵਾਰੀ ਇਸ ਜਿਹੜੀ ਉਦਾਹਰਣ ਹੈ ਇਹਦਾ ਜ਼ਿਕਰ ਸਾਨੂੰ ਥਾਂ ਪਰ ਥਾਂ ਮਿਲਦਾ। ਤੋ ਜਿਹੜਾ ਮਤਵਾਰਾ ਹੈ ਇਹ ਹੈ ਮਤਵਾਰਾ ਮੀਨਸ ਅਨਅਟੈਚਡ, ਜਿਹੜਾ ਨਿਰਲੇਪ ਹੈ। ਉਹ ਆਖੋ ਕਹੀ ਹੈ ਉਹ ਹੈ ਕਿਵੇਂ ਹੈ, ਸਹਿਜ ਮਤਵਾਰਾ। ਮਤਵਾਰਾ ਕਿਵੇਂ ਸਹਿਜ ਵਿੱਚ ਆ ਗਈ। ਸੋ ਇਹੀ ਇੱਕ ਸਹਿਜ ਦੀ ਅਵਸਥਾ ਹੈ। ਕਈ ਵਾਰੀ ਪੜ੍ਹਦੇ ਆ ਨਾ ਰਾਜਗੁਣ ਤਮਗੁਣ ਸਤਗੁਣ ਕਹੀ ਹੈ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ। ਇਹ ਪਰਮ ਪਦਵੀ ਹੈ, ਬੜਾ ਉੱਚੀ ਪਦਵੀ ਹੈ ਜਿਹਨੂੰ ਆਪਾਂ ਸਹਿਜ ਦੀ ਪਦਵੀ ਕਰਦੇ। ਤੋ ਸਹਿਜ ਦੀ ਪਦਵੀ ਕੀ ਹੈ ਕਿ ਰਾਜਗੁਣ ਤਮਗੁਣ ਸਤਗੁਣ ਤੋਂ ਉੱਤੇ ਉੱਠ ਜਾਣਾ, ਭਾਵ ਉਹਨਾਂ ਤੋਂ ਨਿਰਲੇਪ ਹੋ ਜਾਣਾ, ਰਹਿਣਾ ਉਹਨਾਂ ਵਿੱਚ ਹੀ ਹੈ। ਰਾਜਗੁਣ ਤਮਗੁਣ ਸਤਗੁਣ ਤੇ ਸਾਡੇ ਆਲੇ ਦੁਆਲੇ ਰਹਿਣੇ ਨੇ, ਪਰੰਤੂ ਆਪਣੇ ਆਪ ਨੂੰ ਉਹਨਾਂ ਤੋਂ ਨਿਰਲੇਪ ਕਰ ਲਈਏ ਫਿਰ ਅਸੀਂ ਸਹਿਜ ਅਵਸਥਾ 'ਚ ਆ ਜਾਂਦੇ। ਇਹ ਜਿਹੜੀ ਸਹਿਜ ਦੀ ਅਵਸਥਾ ਹੈ ਸਾਧ ਸੰਗਤ ਜੀ, ਇਹ ਇੱਕ ਬੜੀ ਹੀ ਸੁੰਦਰ ਅਵਸਥਾ ਹੈ। ਜਿਵੇਂ ਕਬੀਰ ਸਾਹਿਬ ਨੇ ਇੱਥੇ ਲਿਖਿਆ ਨਾ, ਉਹ ਆਖੋ ਕਹੀ ਹੈ ਇਸ ਸ਼ਬਦ ਦਾ ਕੇਂਦਰੀ ਭਾਵ, ਉਹ ਆਖੋ ਕਹੀ ਹੈ ਸਹਿਜ ਮਤਵਾਰਾ। ਕਿਉਂਕਿ ਮੈਂ ਬੇਨਤੀ ਕੀਤੀ ਸ਼ੁਰੂ 'ਚ ਕਿ ਸਾਰੇ ਸ਼ਬਦ ਦੇ ਵਿੱਚ ਕੇਵਲ ਨਾਮ ਰਸ ਦੀ ਗੱਲ ਕਿ ਨਾਮ ਰਸ ਕੀ ਹੈ, ਤੋ ਇਹ ਨਾਮ ਰਸ 'ਚ ਆਇਆ ਕਿ ਉਹ ਆਖੋ ਕਹੀ ਹੈ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰ, ਕਿ ਗਿਆਨ ਦੀ ਵਿਚਾਰ ਆ ਜਾਏ, ਅਸੀਂ ਰਾਮ ਰਸ ਦੇ ਮਤਵਾਲੇ ਹੋ ਜਾਈਏ, ਫਿਰ ਦੇਖੋ ਜ਼ਿੰਦਗੀ ਕੈਸੀ, ਬਹੁਤ ਵਧੀਆ ਜ਼ਿੰਦਗੀ, ਬੜੀ ਅੱਛੀ ਜ਼ਿੰਦਗੀ ਹੈ, ਬੜੇ ਆਰਾਮ ਨਾਲ ਬੀਤਣ ਵਾਲੀ। ਮੈਨੂੰ ਖਿਮਾ ਕਰਨਾ ਜੀ, ਇਹਦਾ ਫਾਇਦਾ ਵੀ ਹੁੰਦਾ ਤੇ ਇਹਦਾ ਘਾਟਾ ਵੀ ਹੁੰਦਾ। ਕਈ ਵਾਰੀ ਜਿਹੜੀ ਸਾਡੀ ਅਟੈਂਸ਼ਨ ਹੈ ਨਾ ਉਹ ਇਧਰ ਸਲਾਈਡ ਵੱਲ ਚੱਲ ਜਾਂਦੀ। ਤਾਂ ਚਲੋ ਮੈਂ ਖਿਮਾ ਮੰਗਦਾ। ਜਿਹੜਾ ਮਨੁੱਖ ਸਹਿਜ ਵਿੱਚ ਹੈ, ਕਿਆ ਉਹਨੂੰ, ਮੈਂ ਜਿਵੇਂ ਪਹਿਲੇ ਬੇਨਤੀ ਕੀਤੀ ਹੈ ਕਿ ਆਪਾਂ ਇਹਨਾਂ ਰਸਾਂ ਨੂੰ ਛੱਡਣਾ ਥੋੜਾ, ਰਹਿਣਾ ਤੇ ਵਿੱਚ ਹੀ ਹੈ, ਪਰ ਉਹਦੀ ਨਜ਼ਰੀਆ ਇਹਨਾਂ ਰਸਾਂ ਬਾਰੇ ਕੀ ਹੁੰਦਾ। ਦੇਖੋ ਖਿਮਾ ਕਰਨਾ, ਜਿਹੜੇ ਰਸ ਨੇ ਨਾ ਉਹ ਸਾਨੂੰ ਆਪਣੇ ਵੱਲ ਖਿੱਚਦੇ ਨੇ। ਕੋਈ ਵੀ ਚੀਜ਼ ਵਿੱਚ ਖਾਣ ਪੀਣ ਦੀ ਗੱਲ ਹੋਵੇ ਜਾਂ ਕਿਸੇ ਵੀ ਹੋਰ ਗੱਲ, ਕੋਈ ਵੀ ਕਿਸੇ ਕਿਸਮ ਦਾ ਸਾਨੂੰ ਚਸਕਾ ਲੱਗਿਆ ਹੋਵੇ ਨਾ, ਉਹ ਸਾਨੂੰ ਹਰ ਵੇਲੇ ਆਪਣੇ ਵੱਲ ਖਿੱਚਦਾ ਹੈ। ਮੈਂ ਜਿਵੇਂ ਹੁਣੇ ਇੱਕ ਉਸੇ ਨੌਜਵਾਨ ਦੀ ਵੀ ਮੈਂ ਗੱਲ ਤੁਹਾਨੂੰ ਦੱਸੀ ਗਿਆ ਕਿ ਜਿਹੜਾ ਕਹਿੰਦਾ ਮੈਂ ਬੜਾ ਦੁਖੀ ਹਾਂ, ਪਰ ਮੈਂ ਰੋਜ਼ ਆਪਣੇ ਆਪ ਨਾਲ ਵਾਅਦਾ ਕਰਦਾ ਕਿ ਮੈਂ ਅੱਜ ਨਹੀਂ ਪੀਣੀ, ਪਰ ਸ਼ਾਮ ਹੁੰਦੇ ਤੇ ਫਿਰ ਉਹ ਜਿਹੜੀ ਉਹਦਾ ਚਸਕਾ ਨੂੰ ਖਿੱਚ ਕੇ ਲੈ ਜਾਂਦਾ, ਉਹ ਫਿਰ ਉਹਨੂੰ ਡੰਗ ਮਾਰਦਾ, ਉਹਨੂੰ ਫਿਰ ਆਪਣੇ ਕਾਬੂ ਕਰ ਲੈਂਦਾ। ਤੇ ਕਬੀਰ ਸਾਹਿਬ ਦਾ ਇਹ ਸ਼ਬਦ ਹੈ ਬਹੁਤ ਸੁੰਦਰ, ਜਿਸ 'ਚ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਬੀਰ ਬਿਰਹੋਂ ਭੁੰਗਮ ਮਨ ਬਸੈ ਮੰਤ ਨਾ ਮਾਨੈ ਕੋਈ। ਕਬੀਰ ਸਾਹਿਬ ਕਹਿੰਦੇ ਜਿਸ ਨੂੰ ਬਿਰਹੋਂ ਦਾ ਸੱਪ ਲੜ ਜਾਏ, ਡਸ ਜਾਏ, ਬਿਰਹੋਂ ਮਾਨੇ ਵਿਛੋੜਾ, ਭਾਵ ਹੈ ਜਿਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਮੈਂ ਵਾਹਿਗੁਰੂ ਤੋਂ ਵਿਛੜਿਆ ਹੋਇਆ ਤੇ ਜਿੰਨਾ ਚਿਰ ਵਾਹਿਗੁਰੂ ਨੂੰ ਮਿਲਦਾ ਨਹੀਂ, ਮੇਰੀ ਜਿਹੜੀ ਆਤਮਿਕ ਜੋਤ ਹੈ, ਜਿੰਨਾ ਚਿਰ ਵਾਹਿਗੁਰੂ ਜੀ ਨਾਲ ਅਭੇਦ ਨਹੀਂ ਹੋ ਜਾਂਦੀ, ਹੈ ਤੇ ਅਸੀਂ ਇੱਕ ਹੀ ਹਾਂ, ਦੋ ਨਹੀਂ ਹੈਗੇ, ਆਤਮਾ ਤੇ ਪ੍ਰਮਾਤਮਾ ਇੱਕੋ ਹੀ ਹਾਂ, ਪਰ ਵਿੱਚ ਇੱਕ ਦੂਰੀ ਹੈ ਨਾ, ਕਿ ਕੂੜੇ ਟੁੱਟੇ ਪਾਲ ਹੈ ਨਾ, ਵਿੱਚ ਕੰਧ ਹੈ ਨਾ। ਤੋ ਜਿੰਨਾ ਚਿਰ ਸਾਨੂੰ ਇਹ ਨਾ ਅਹਿਸਾਸ ਹੋਵੇ, ਦੇਖੋ ਸਾਨੂੰ ਜਿੰਨਾ ਚਿਰ ਪਿਆਸ ਨਾ ਲੱਗੇ ਅਸੀਂ ਪਾਣੀ ਨਹੀਂ ਪੀਂਦੇ, ਭੁੱਖ ਨਾ ਲੱਗੇ ਤੇ ਰੋਟੀ ਨਹੀਂ ਖਾਂਦੇ। ਇਸੇ ਤਰ੍ਹਾਂ ਜਿੰਨਾ ਚਿਰ ਸਾਨੂੰ ਵੈਰਾਗ ਨਹੀਂ ਲੱਗਦਾ, ਸਾਨੂੰ ਇਹ ਮਹਿਸੂਸ ਨਹੀਂ ਹੁੰਦਾ, ਅਨੁਭਵ ਨਹੀਂ ਹੁੰਦਾ ਕਿ ਅਸੀਂ ਰੱਬ ਤੋਂ ਵਿਛੜ ਕੇ ਆਏ ਹਾਂ, ਅਸੀਂ ਰੱਬ ਤੋਂ ਵਿਛੜੇ ਹੋਏ ਹਾਂ ਤੇ ਮੁੜ ਕੇ ਉਹਨੂੰ ਮਿਲਣਾ। ਪਈ ਪ੍ਰਾਪਤ ਮਾਨਕ ਦੇ ਰਹੀ ਆ, ਗੋਬਿੰਦ ਨੇ ਕੀ ਇਹ ਬਰੀਆ ਵਾਰੀ ਵੀ ਇਹੀ ਹੈ, ਇਸੇ ਜਨਮ 'ਚ ਮਿਲਣਾ। ਤੇ ਜਿੰਨਾ ਚਿਰ ਸਾਨੂੰ ਇਹਦੇ ਲਈ, ਦੇਖੋ ਕੋਈ ਚੀਜ਼ ਸਾਡੀ ਗੁਆਚੀ ਹੋਵੇ ਜਾਂ ਸਾਡੇ ਤੋਂ ਦੂਰ ਹੋਵੇ ਪਈ, ਜਾਂ ਸਾਡਾ ਕੋਈ ਰਿਸ਼ਤੇਦਾਰ ਕਿਤੇ ਦੂਰ ਰਹਿੰਦਾ ਹੋਵੇ, ਸਾਡਾ ਮਿਲਣ ਨੂੰ ਦਿਲ ਕਰੇ, ਤੇ ਅਸੀਂ ਫਿਰ ਪੂਰੀ ਜੋ ਵੀ ਕੋਸ਼ਿਸ਼ ਕਰਦੇ ਹਾਂ ਕਰਕੇ ਉਹਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ। ਜਿੰਨਾ ਚਿਰ ਨਾ ਮਿਲੇ, ਸਾਡੇ ਮਨ 'ਚ ਭਟਕਣਾ ਲੱਗੀ ਰਹਿੰਦੀ ਹੈ ਵੀ ਕਦ ਮਿਲਾਂਗਾ, ਕਿੱਦਾਂ ਮਿਲਾਂਗਾ, ਕੀ ਕਰਾਂਗਾ, ਛੁੱਟੀ ਲੈਣੀ ਹੈ, ਉੱਥੇ ਜਾਣਾ। ਇਸੇ ਤਰ੍ਹਾਂ ਜੇਕਰ ਸਾਨੂੰ ਜਿਸ ਦਿਨ ਅਹਿਸਾਸ ਹੋ ਜਾਏਗਾ ਨਾ ਕਿ ਅਸੀਂ ਵਾਹਿਗੁਰੂ ਜੀ ਤੋਂ ਵਿਛੜੇ ਹਾਂ, ਵਾਹਿਗੁਰੂ ਨੂੰ ਮੁੜ ਕੇ ਮਿਲਣਾ, ਤੇ ਉਸ ਮਿਲਣ ਲਈ ਕੀ ਕਰੀਏ। ਤੇ ਜਿਸ ਵੇਲੇ ਮਨੁੱਖ ਨੂੰ ਕੋਈ ਕਹਿੰਦੇ ਨੇ ਕੋਈ ਚੀਜ਼ ਮਤਲਬ ਅੰਦਰ, ਜਿਸ ਵੇਲੇ ਕੋਈ ਸਾਡੇ ਅੰਦਰ ਤਾਂਘ ਪੈਦਾ ਹੋ ਜਾਏ ਨਾ, ਤੇ ਉਸ ਵੇਲੇ ਸਾਨੂੰ ਦਾ ਰਸਤਾ ਵੀ ਫਿਰ ਲੱਭਣਾ ਪੈਂਦਾ ਤੇ ਲੱਭ ਪੈਂਦਾ। ਜਿਸ ਅੰਦਰ ਤਾਂਘ ਹੋਵੇ, ਉਸ ਤਾਂਘ ਨੂੰ ਬੈਰਾਗ ਕੇ ਕਬੀਰ ਸਾਹਿਬ, ਕਬੀਰ ਬਿਰਹੋਂ ਭੁੰਗਮ ਮਨ ਬਸੈ, ਜੇਕਰ ਮਨ ਵਿੱਚ ਇਹ ਬਿਰਹੋਂ ਦਾ ਸਾਨੂੰ ਅਹਿਸਾਸ ਹੋ ਜਾਏ,
ਭਿਹੰਗਮ ਤੇ ਵੈਸੇ ਕਹਿੰਦੇ ਨੇ ਸੱਪ ਨੂੰ, ਪਰ ਇੱਥੇ ਮਤਲਬ ਹੈ ਅਹਿਸਾਸ ਹੈ ਕਿ ਸਾਨੂੰ ਇੱਕ ਅਹਿਸਾਸ ਹੋ ਜਾਏ ਕਿ ਅਸੀਂ ਰੱਬ ਤੋਂ ਦੂਰ ਹਾਂ ਤੇ ਰੱਬ ਨੂੰ ਮਿਲਣਾ ਹੈ। ਤੇ ਫਿਰ ਕੀ ਹੋਏਗਾ, ਫਿਰ ਉਹਨੂੰ ਪਤਾ ਇਹ ਲੱਗ ਜਾਏਗਾ। ਮੈਂ ਬੇਨਤੀ ਕੀਤੀ ਹੈ ਨਾ, ਜਿਸ ਵੇਲੇ ਕਿਤੇ ਜਾਣਾ ਹੋਵੇ ਅਸੀਂ ਫਿਰ ਉਹਦਾ ਰਸਤਾ ਲੱਭਦੇ, ਉਹ ਰਸਤੇ ਤੇ ਚੱਲ ਕੇ ਅਸੀਂ ਪਹੁੰਚ ਜਾਂਦੇ ਹਾਂ ਜੇ ਸਾਡਾ ਤਹੀਆ ਪੱਕਾ ਹੋਵੇ। ਇਸੇ ਤਰ੍ਹਾਂ ਜੇ ਮਨ 'ਚ ਬੈਰਾਗ ਆਵੇ ਇਸ ਰੱਬ ਤੋਂ ਕਿ ਵਿਛੜੇ ਹਾਂ, ਤੇ ਫਿਰ ਸਾਹਮਣੇ ਖਿਆਲ ਆਏਗਾ ਕਿ ਭਲਿਆ ਇਹ ਜਿਹੜੇ ਅਨਰਸਾਂ 'ਚ ਤੂੰ ਖਚਤ ਹੋਇਆ ਨਾ, ਇਹਨਾਂ ਤੋਂ ਬਚ। ਫਿਰ ਕੀ ਹੋਏਗਾ, ਜਿਹਨੂੰ ਗੁਰੂ ਭਿਰੰਗਮ ਮਨ ਵਸੈ, ਮੰਤ ਨ ਮਾਨੈ ਕੋਈ। ਇੱਥੇ ਮੈਂ ਬੇਨਤੀ ਕਰਦੇ ਹਾਂ ਵੀ ਇਹ ਅਸੀਂ ਆਮ ਤੌਰ ਤੇ ਪੜ੍ਹਦੇ ਹਾਂ, ਸੁਣਿਆ ਜਾਂਦਾ ਹੈ ਕਿ ਕਹਿੰਦੇ ਨੇ ਸੱਪ ਨੂੰ ਕੀਲਣ ਲਈ ਨਾ, ਜਿਹੜਾ ਜ਼ਹਿਰੀਲਾ ਸੱਪ ਹੈ ਉਹਨੂੰ ਕੀਲਣ ਲਈ ਕੁਝ ਮੰਤਰ ਹੁੰਦੇ ਨੇ, ਉਹਨੂੰ ਗਾਰੜੀ ਮੰਤਰ ਵੀ ਕਿਹਾ ਜਾਂਦਾ ਹੈ। ਉਹ ਕਹਿੰਦੇ ਜਿਹੜਾ ਸੱਪਾਂ ਨੂੰ ਪਕੜਨ ਵਾਲਾ ਹੈ, ਉਹ ਜਿਸ ਵੇਲੇ ਦੇਖਦਾ ਸੱਪ ਤੇ ਉਹ ਆ ਕੇ ਗਾਰੜੀ ਮੰਤਰ ਪੜ੍ਹਦਾ ਤੇ ਸੱਪ ਉਹਦੇ ਕਾਬੂ 'ਚ ਆ ਜਾਂਦਾ। ਮਤਲਬ ਇਹ ਕੋਈ ਮਤਲਬ ਥਿਊਰੀ ਕੀ ਹੈ, ਮੈਨੂੰ ਥਿਊਰੀ ਤੇ ਨਹੀਂ ਪਤਾ, ਕਿਉਂਕਿ ਹੁਣ ਤੱਕ ਜੋ ਕੁਝ ਸੁਣੀ ਹੈ ਜਾਂ ਆਪਾਂ ਕਿਤਾਬਾਂ 'ਚ ਪੜ੍ਹੀ ਹੈ, ਮੈਂ ਤੁਹਾਨੂੰ ਸਾਂਝੀ ਕਰ ਰਿਹਾ ਕਿ ਗਾਰੜੀ ਮੰਤਰ ਜਿਸ ਵੇਲੇ ਉਹ ਸਪੇਰਾ ਬੋਲਦਾ ਹੈ, ਉਹ ਜਿਹੜਾ ਸੱਪ ਹੈ ਉਹਦੇ ਵਸ 'ਚ ਆ ਜਾਂਦਾ ਹੈ, ਜ਼ਹਿਰੀਲਾ ਸੱਪ ਉਹਦੀ ਸ਼ਰਨ ਵਿੱਚ ਆ ਜਾਂਦਾ, ਉਹਨੂੰ ਪਕੜਨਾ। ਇਹਦਾ ਮਤਲਬ ਇਹ ਹੈ ਕਿ ਸੱਪ ਜਿਹੜਾ ਭਾਵੇਂ ਕਿੱਡਾ ਮਰਜ਼ੀ ਜ਼ਹਿਰੀਲਾ ਹੋਵੇ, ਹਨੀਅਰ ਸੱਪ ਹੋਵੇ, ਪਰ ਜੇਕਰ ਗਾਰੜੀ ਮੰਤਰ ਨੇ ਮੰਤਰ ਮਾਰਨਾ ਹੈ ਤੇ ਉਹਨੇ ਉਹਦੇ ਕਾਬੂ 'ਚ ਆ ਜਾਣਾ। ਤੇ ਇਸੇ ਤਰ੍ਹਾਂ ਇਹ ਜਿਹੜੇ ਦੁਨਿਆਵੀ ਰਸਕਸ ਨੇ ਨਾ ਸਾਧ ਸੰਗਤ ਜੀ, ਇਹ ਸੱਪ ਨੇ, ਇਹ ਸੱਪ ਨੇ ਸਾਨੂੰ ਡੰਗਦੇ ਨੇ। ਜਿਸ ਵੇਲੇ ਸਾਨੂੰ ਡੰਗਦੇ ਨੇ, ਇਹ ਖਿਮਾ ਕਰਨਾ, ਇਹ ਜਿਵੇਂ ਗਾਰੜੀ ਮੰਤਰ ਹੈ ਨਾ, ਇਸ ਤਰ੍ਹਾਂ ਇਹ ਮੰਤਰ ਨੇ। ਖਿਮਾ ਕਰਨਾ, ਮੈਂ ਗਲਤ ਕਹਿ ਦਿਆਂ, ਮੇਰੇ ਮੂੰਹ ਗਲਤੀ ਨਿਕਲੀ। ਇਹ ਜਿਹੜੇ ਰਸਕਸ ਨੇ ਨਾ, ਜਿਹੜੇ ਰਸਕਸ ਨੇ, ਜਿਹੜੇ ਸਾਨੂੰ ਖਰਾਬ ਕਰਦੇ ਨੇ, ਇਹ ਮੰਤ ਨੇ। ਭਾਵ ਇਹ ਇਹਨਾਂ ਨੂੰ ਕਾਬੂ ਕਰਦੇ ਨੇ। ਕਿਹਨੂੰ ਕਾਬੂ ਕਰਦੇ ਨੇ? ਸਾਡੇ ਮਨ ਨੂੰ। ਸਾਡੇ ਮਨ ਨੂੰ ਕਾਬੂ ਕਰਦੇ ਅਸੀਂ ਉਧਰ ਦੌੜ ਜਾਂਦੇ ਹਾਂ, ਠੀਕ ਹੈ। ਪਰ ਜੇਕਰ ਬਿਰਹੋਂ ਸਾਨੂੰ ਇਹ ਅਨੁਭਵ ਹੋ ਜਾਏ ਕਿ ਅਸੀਂ ਰੱਬ ਤੋਂ ਵਿਛੜੇ ਹਾਂ ਤੇ ਸਾਡੇ ਰਸਤੇ ਵਿੱਚ ਰੁਕਾਵਟ ਨੇ ਅਨਰਸੇ, ਰਸਕਸ, ਰਸਾਂ ਦੀ ਬਹੁਤਾਤ, ਫਿਰ ਕਹਿੰਦੇ ਮੰਤ ਨਾ ਮਾਨੈ ਕੋਈ। ਫਿਰ ਕਿਸੇ ਰਸ ਦਾ ਮੰਤਰ ਸਾਡੇ ਤੇ ਨਹੀਂ ਚੱਲੇਗਾ, ਜਿੰਨਾ ਮਰਜ਼ੀ ਹੋ ਜਾਏ। ਮੇਰੇ ਸੰਪਰਕ 'ਚ ਉਹ ਬੰਦੇ ਵੀ ਆਏ ਨੇ ਜਿਹੜੇ ਇਹ ਕਹਿੰਦੇ ਸਨ ਕਿ ਅਸੀਂ ਆਪਣਾ ਘਰ-ਬਾਰ ਤੇ ਛੱਡ ਸਕਦੇ ਹਾਂ, ਪਰੰਤੂ ਬੋਤਲ ਪੀਣੀ ਨਹੀਂ ਛੱਡ ਸਕਦੇ। ਪਰ ਇੱਕ ਦਿਨ ਐਸਾ ਆਇਆ ਸਾਧ ਸੰਗਤ, ਮੈਂ ਖੁਦ ਉਸ ਬੰਦੇ ਦੀ ਇੰਟਰਵਿਊ ਲਈ ਹੈ। ਉਹ ਕਹਿੰਦਾ ਵੀ ਸਤਿਗੁਰੂ ਦੀ ਕਿਰਪਾ ਹੋ ਗਈ, ਮੇਰੇ ਮਨ 'ਚ ਆ ਗਿਆ ਤੇ ਮੈਂ ਕਹਿੰਦਾ ਅਰਦਾਸ ਕਰਕੇ ਕਿਹਾ ਵੀ ਨਹੀਂ ਪੀਣੀ। ਕਹਿੰਦਾ ਉਸ ਦਿਨ ਤੋਂ ਬਾਅਦ ਮੇਰਾ ਮਨ ਹੀ ਨਹੀਂ ਕਰਦਾ ਹੁਣ। ਕਹਿੰਦਾ ਪਹਿਲੇ ਮੈਂ ਰਹਿ ਨਹੀਂ ਸੀ ਸਕਦਾ, ਹੁਣ ਮੇਰਾ ਮਨ ਹੀ ਨਹੀਂ ਕਰਦਾ। ਇੱਥੇ ਕਬੀਰ ਸਾਹਿਬ ਨੇ ਇਹ ਕਿਹਾ, ਕਬੀਰ ਬਿਰਹੋਂ ਭੰਗ ਮਨ ਬਸੈ, ਮੰਤ ਨਾ ਮਾਨੈ ਕੋਈ। ਦੇਖੋ ਸਾਡਾ ਜਿਹੜਾ ਮਨ ਹੈ ਨਾ, ਪਿੱਛੇ ਮਨ ਬਾਰੇ ਆਪਾਂ ਵਿਚਾਰਾਂ ਕੀਤੀਆਂ, ਇੱਕ ਲੈਕਚਰ ਵੀ ਹੋਇਆ ਸੀ। ਮਨ ਤਾਂ ਬੜਾ ਤਾਕਤਵਰ ਹੈ। ਇਹ ਮਨ ਜੋ ਵੀ ਧਾਰਨ ਕਰ ਲਵੇ ਨਾ, ਉਹ ਪ੍ਰਾਪਤ ਕਰ ਸਕਦਾ ਹੈ। ਇਹ 'ਚ ਬੜੀ ਤਾਕਤ ਹੈ। ਤੇ ਇਸ ਕਰਕੇ ਜਿਸ ਵੇਲੇ ਮਨ ਤਗੜਾ ਕਰ ਲਈਏ ਨਾ, ਮਨ ਮੰਨ ਜਾਏ ਵੀ ਨਹੀਂ ਮੈਂ ਇਹਨਾਂ ਰਸਾਂ 'ਚ ਨਹੀਂ ਜਾਣਾ, ਮੈਂ ਤੇ ਵਾਹਿਗੁਰੂ ਜੀ ਕੋਲੋਂ ਟੁੱਟ ਕੇ ਆਇਆ, ਵਾਹਿਗੁਰੂ ਨੂੰ ਮਿਲਣਾ, ਮੈਂ ਨਾਮ ਰਸ ਵੱਲ ਜਾਣਾ। ਫਿਰ ਕਬੀਰ ਬਿਰਹੋਂ ਭੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਮੋਰਾ ਹੋਏ। ਸਾਡੀ ਜਿਹੜੀ ਤੁਕ ਹੈ ਨਾ, ਇਹ ਵੀ ਕਈ ਵਾਰੀ ਮੈਨੂੰ ਵੀ ਬੜੀ ਵਾਰੀ ਕਨਫਿਊਜ਼ ਕੀਤਾ ਇਸ ਤੁਕ ਨੇ ਕਿ ਰਾਮ ਵਿਯੋਗੀ ਨਾ ਜੀਏ, ਵੀ ਰਾਮ ਦੇ ਵਿਯੋਗੀ ਜਿਉਂਦਾ ਹੀ ਨਹੀਂ, ਮਰ ਜਾਂਦਾ। ਪਰ ਨਹੀਂ, ਜਿਸ ਵੇਲੇ ਇਹਦੇ ਅਰਥ ਸਮਝੇ ਤਾਂ ਫਿਰ ਪਤਾ ਲੱਗ ਗਿਆ ਰਾਮ ਵਿਯੋਗੀ ਨਾ ਜੀਏ, ਵੀ ਜਿਹਨੂੰ ਰਾਮ ਦਾ ਵਿਛੋੜਾ ਪਾਜੇ, ਭਾਵ ਜਿਹਨੂੰ ਸਮਝ ਆ ਜਾਏ ਕਿ ਮੈਂ ਰੱਬ ਤੋਂ ਟੁੱਟਿਆ, ਇਹਨਾਂ ਅਨ ਰਸਾਂ ਕਰਕੇ ਟੁੱਟਿਆ, ਫਿਰ ਕਹਿੰਦਾ ਵੀ ਰਾਮ ਵਿਯੋਗੀ ਨਾ ਜੀਏ। ਫਿਰ ਉਹ ਨਹੀਂ ਜਿੰਦਾ। ਭਾਵ ਇਹ ਹੈ ਕਿ ਜਿਹੜਾ ਦੇਹ ਅਧਿਆਸ 'ਚ ਪਿਆ ਸੀ ਨਾ, ਉਹਦਾ ਦੇਹ ਅਧਿਆਸ ਮਰ ਜਾਂਦਾ। ਜਿਵੇਂ ਪਿੱਛੇ ਵੀ ਆਪਾਂ ਇੱਕ ਸ਼ਬਦ ਦੀ ਵਿਚਾਰ ਕੀਤੀ ਸੀ, ਉਹਦੇ 'ਚ ਇਹੀ ਸੀਗਾ ਬਈ ਸਰੀਰ ਦੇ ਮਰਨ ਦੀ ਗੱਲ ਨਹੀਂ ਸੀ, ਜਿਹੜਾ ਸਾਡਾ ਸਰੀਰਕ ਮੋਹ ਹੈ, ਦੇਹ ਅਧਿਆਸ ਜਿਹਨੂੰ ਆਪਾਂ ਕਹਿੰਦੇ, ਉਹਦੇ ਮਰਨ ਦੀ ਗੱਲ। ਇੱਥੇ ਵੀ ਰਾਮ ਵਿਯੋਗੀ ਨਾ ਜੀਏ। ਫਿਰ ਉਹ ਹੁਣ ਉਹਨੂੰ ਇਹ ਜਿਹੜੇ ਅਨਰਸ ਨੇ ਉਹ ਤੰਗ ਨਹੀਂ ਕਰ ਸਕਦੇ। ਰਾਮ ਵਿਯੋਗੀ ਨਾ ਜੀ, ਭਾਵ ਇਹਨਾਂ ਕਰਕੇ ਨਹੀਂ ਜਿਉਂਦਾ, ਇਹ ਜਿਹੜੇ ਅਨਰਸ ਨੇ ਉਹਨਾਂ ਕਰਕੇ ਨਹੀਂ ਜਿਉਂਦੇ, ਜੀਏ ਤਾਂ ਬੋਰਾ ਹੋਏ। ਪਰ ਜਿਹੜੀ ਉਹਦੀ ਆਮ ਜ਼ਿੰਦਗੀ ਹੈ ਨਾ, ਉਹ ਬੋਰਾ, ਜਿਵੇਂ ਉੱਪਰ ਮਤਵਾਰਾ ਲਫ਼ਜ਼ ਆਇਆ ਨਾ, ਇਸ ਤਰ੍ਹਾਂ ਬੋਰਾ ਹੋਏ। ਭਾਵੇਂ ਦੁਨੀਆ ਦੀਆਂ ਨਜ਼ਰਾਂ 'ਚ। ਦੇਖੋ ਇੱਕ ਗੱਲ ਹੋਰ ਸਮਝਣ ਵਾਲੀ ਹੈ ਬਈ, ਕਿਉਂਕਿ ਜਿਸ ਚੀਜ਼ ਦਾ ਬੋਲਬਾਲਾ ਹੋਵੇ ਨਾ ਜੀ, ਉਹ ਸਮਾਜ ਵਿੱਚ ਐਕਸੈਪਟ ਹੋ ਜਾਂਦੀ ਹੈ। ਹੁਣ ਸਪੋਜ਼ ਮੈਨੂੰ ਖਿਮਾ ਕਰਨਾ ਕਹੋਗੇ, ਬਾਰ-ਬਾਰ ਇਹੀ ਗੱਲ ਕਰੀ ਜਾਂਦਾ, ਪਰ ਹੁਣ ਸਾਹਮਣੇ ਗੱਲ ਆਉਂਦੀ ਹੈ। ਹੁਣ ਕਿਉਂਕਿ ਜਿਹੜੀ ਇਹ ਸ਼ਰਾਬ ਹੈਗੀ ਹੈ, ਇਹ ਇੰਨੀ ਕੁ ਸਾਡੇ ਸਮਾਜ ਵਿੱਚ ਐਕਸੈਪਟ ਹੋ ਗਈ ਹੈ ਕਿ ਮੈਨੂੰ ਯਾਦ ਹੈ, ਮੈਂ ਜਿਸ ਵੇਲੇ ਬਚਪਨ ਵਿੱਚ ਸਾਂ
ਤੇ ਉਸ ਵੇਲੇ ਅਸੀਂ ਕਦੀ ਕਦਾਈ ਸੁਣੀਦਾ ਸੀ ਵੀ ਕੋਈ ਬੰਦੇ ਨੇ ਬਈ ਇਹ ਕੋਈ ਸ਼ਰਾਬ ਪੀਤੀ ਹੈ। ਤੇ ਮੈਨੂੰ ਇਹ ਵੀ ਪਤਾ, ਮੈਂ ਜਦ ਸਕੂਲ ਗੋਇੰਗ ਸਾਂ ਤੇ ਮੈਂ ਇੱਕ ਵਾਰੀ ਦੇਖਿਆ ਸੀਗਾ ਵੀ ਇੱਕ ਸਰਦਾਰ ਜੀ ਇੱਕ ਠੇਕੇ ਤੋਂ ਬੋਤਲ ਲੈ ਰਹੇ ਸੀ ਤੇ ਉਹਨਾਂ ਨੇ ਬੋਤਲ ਲੈ ਕੇ ਤੇ ਇੱਕ ਪਰਨੇ ਦੇ ਵਿੱਚ ਚੰਗੀ ਤਰ੍ਹਾਂ ਬਲੇਟ ਕੇ ਤੇ ਆਪਣੇ ਕੱਛ ਵਿੱਚ ਲੁਕਾ ਕੇ ਲਿਜਾਂਦੇ ਪਏ ਸੀਗੇ। ਤੇ ਉਹਦਾ ਕਾਰਨ ਮੈਨੂੰ ਬਾਅਦ ਸਮਝ ਆਇਆ, ਜਿਸ ਵੇਲੇ ਮੈਂ ਥੋੜਾ ਵੱਡਾ ਹੋਇਆ, ਵੀ ਇਹਦਾ ਮਤਲਬ ਇਹ ਚੀਜ਼ ਚੰਗੀ ਨਹੀਂ ਹੈ ਤੇ ਉਹ ਸਮਾਜ ਦੀਆਂ ਨਜ਼ਰਾਂ ਤੋਂ ਬਚਾ ਕੇ ਲਿਜਾ ਰਿਹਾ, ਮੈਨੂੰ ਘਰ ਲਿਜਾਣੀ ਹੈ ਤੇ ਘਰ ਦੇ ਉਹਦੇ ਬੱਚੇ ਨਾ ਦੇਖਣ, ਉਹਦੀ ਜਨਾਨੀ ਨਾ ਦੇਖੇ ਜਾਂ ਆਲਾ ਦੁਆਲਾ ਨਾ ਦੇਖੇ, ਪਰ ਉਦਾਂ ਵਿਚਾਰੇ ਨੂੰ ਤਲਬ ਉੱਠੀ ਹੋਣੀ, ਕੀ ਕਰੇ ਵਿਚਾਰਾ। ਤੇ ਉਹ ਬੜੇ ਲੁਕੋ ਕੇ ਲਗਿਆ। ਪਰ ਹੁਣ ਅੱਜ ਮੈਂ ਦੇਖਦਾ 50 60 70 ਸਾਲ 60 ਸਾਲ ਬਾਅਦ, ਤੇ ਅੱਜ ਤੇ ਮਤਲਬ ਹੈ ਵੀ ਬੜੇ ਘਰਾਂ ਵਿੱਚ ਬੜੀ ਮਤਲਬ ਕਈ ਘਰਾਂ 'ਚ ਬੜੇ ਫੈਸ਼ਨ ਨਾਲ ਟਿਕਾਈ ਹੁੰਦੀ ਹੈ। ਉਹਦਾ ਕਾਰਨ ਇਹ ਹੈ ਕਿ ਹੁਣ ਉਸ ਹਾਲਾਤਾਂ ਵਿੱਚ ਜਿਸ ਵੇਲੇ ਤੁਸੀਂ ਇਹ ਗੱਲ ਕਰਦੇ ਹੋ ਵੀ ਇਹ ਸ਼ਰਾਬ ਪੀਣੀ ਮਾੜੀ ਹੈ ਜੀ, ਬਿਲਕੁਲ ਨਹੀਂ ਕਰਨਾ ਜੀ, ਉਹ ਲੋਕ ਤੁਹਾਨੂੰ ਕਹਿੰਦੇ ਵੀ ਕਮਲੇ ਨੇ, ਇਹ ਕਮਲੇ ਨੇ। ਜੇਕਰ ਕਿਤੇ ਝੂਠ ਦਾ ਬੋਲਬਾਲਾ ਹੋਵੇ, ਉੱਥੇ ਇੱਕ ਸੱਚਾ ਬੰਦਾ ਆ ਜਾਏ ਨਾ ਜੀ, ਤੇ ਉਹਨੂੰ ਬਹੁਤੇ ਜਣੇ ਨੂੰ ਕਮਲਾ ਹੀ ਕਹਿਣਗੇ। ਜੇਕਰ ਇਮਾਨਦਾਰੀ ਦੇ ਤੁਸੀਂ ਇਮਾਨਦਾਰੀ ਤੇ ਚੱਲਦੇ ਹੋ ਤੇ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਦੂਜੇ ਬੰਦੇ ਨੇ, ਤੇ ਉਹ ਤੁਹਾਨੂੰ ਐਵੇਂ ਸਮਝਦੇ, ਇਹਨੂੰ ਤਾਂ ਸਮਝ ਨਹੀਂ ਸੀ, ਇਹਨੂੰ ਤਾਂ ਪਤਾ ਪੈਸੇ ਕਿਵੇਂ ਕਮਾਈਦਾ, ਇਹ ਤੇ ਐਵੇਂ ਲੱਗਿਆ ਜੀ ਵੀ ਟੈਕਸ ਪੂਰਾ ਦਿਓ ਜੀ, ਇਹ ਕਰੋ ਜੀ, ਫਲਾਣਾ ਜੀ, ਇਹ ਤੇ ਕਮਲਾ ਹੈਗਾ। ਦੁਨੀਆ ਦੀਆਂ ਨਜ਼ਰਾਂ 'ਚ ਕਮਲਾ ਹੈ, ਪਰ ਕੋਈ ਪਰਵਾਹ ਨਹੀਂ। ਕਬੀਰ ਸਾਹਿਬ ਨੇ ਤਦੇ ਕਿਹਾ, ਜੀਏ ਤਾਂ ਬੋਰਾ ਹੋਏ, ਉਹਨੇ ਬੇਪਰਵਾਹ ਦੀ ਜ਼ਿੰਦਗੀ ਲੈਣੀ ਹੈ, ਉਹਨੂੰ ਕੋਈ ਇਹਦਾ ਫਿਕਰ ਨਹੀਂ। ਤੋ ਆਓ ਸਾਥ ਸੰਗਤ, ਹੁਣ ਆਪਾਂ ਅਗਲੀ ਜਿਹੜੀ ਇਹ ਰਹਾਉ ਦੀ ਤੁਕ ਹੈ, ਤੇ ਸਮਾਂ ਥੋੜਾ ਜ਼ਿਆਦਾ ਲੱਗ ਗਿਆ ਤੇ ਮੈਨੂੰ ਖਿਮਾ ਕਰਨਾ ਜੀ। ਤੇ ਆਓ ਹੁਣ ਆਪਾਂ ਸ਼ਬਦ ਜਿਹੜਾ ਉਹਦੀ ਵਿਚਾਰ ਵੱਲ ਚੱਲੀਏ। ਸ਼ਬਦ ਸ਼ੁਰੂ ਹੁੰਦਾ ਹੈ, ਗਗਨ ਰਸਾਲ ਚੁਐ ਮੇਰੀ ਭਾਠੀ, ਸੰਚ ਮਹਾ ਰਸ ਤਨ ਪਿਆ ਕਾਠੀ। ਇਹ ਜਿਹੜਾ ਇਹ ਸ਼ਬਦ ਹੈ ਨਾ ਜੀ, ਇਹ ਲੱਗਦਾ ਇੰਜ ਹੈ ਬਈ ਕਬੀਰ ਸਾਹਿਬ ਜੀ ਨੇ, ਕਿਉਂਕਿ ਯੋਗੀਆਂ ਦੇ ਵਿੱਚ ਕੀ ਹੈ ਕਿ ਉਹਨਾਂ ਦਾ ਇਹ ਮੰਨਣਾ ਹੈ, ਕਈ ਫਿਰਕੇ ਐਸੇ ਨੇ ਯੋਗੀਆਂ ਜਿਹੜੇ ਕਹਿੰਦੇ ਨੇ ਵੀ ਜਿਸ ਵੇਲੇ ਅਸੀਂ ਇਹ ਨਸ਼ਾ ਪੀਂਦੇ ਹਾਂ ਤੇ ਨਸ਼ਾ ਪੀ ਕੇ, ਚਾਹੇ ਅੱਕ ਧਤੂਰਾ ਕੁਝ ਵੀ ਹੋਵੇ, ਕਿਸੇ ਕਿਸਮ ਦਾ ਨਸ਼ਾ, ਜਿਸ ਵੇਲੇ ਅਸੀਂ ਨਸ਼ਾ ਪੀਂਦੇ ਹਾਂ ਨਾ ਜੀ, ਤੇ ਨਸ਼ਾ ਪੀ ਕੇ ਅਸੀਂ ਮਸਤ ਹੋ ਜਾਂਦੇ ਹਾਂ ਤੇ ਸਾਡੀ ਸੁਰਤੀ ਰੱਬ ਨਾਲ ਜੁੜਦੀ। ਹਾਲਾਂਕਿ ਉਹ ਸਰਾਸਰ ਗੱਲ ਗਲਤ ਹੈ। ਗੁਰਬਾਣੀ 'ਚ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਵੇਲੇ ਸਿੱਧ ਗੋਸ਼ਟ ਕੀਤੀ, ਸਿੱਧਾਂ ਨਾਲ ਗੋਸ਼ਟ ਕੀਤੀ, ਤਾਂ ਉਹਨਾਂ ਨੂੰ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਕਪਾਟ ਖੋਲੇ ਕਿ ਇਹ ਨਹੀਂ ਹੈ ਅਸਲ ਜਿਹੜਾ ਨਸ਼ਾ ਉਹ ਕੀ ਹੈ, ਮਹਾਰਾਜ ਨੇ ਉਹਨਾਂ ਨੂੰ ਦੱਸਿਆ ਸੀ। ਤੇ ਇੱਥੇ ਵੀ ਇੰਜ ਲੱਗਦਾ ਹੈ ਵੀ ਕਬੀਰ ਸਾਹਿਬ ਜੀ ਕਿਸੇ ਐਸੇ ਸੱਜਣ ਨਾਲ, ਯੋਗੀ ਜਾਂ ਕਿਸੇ ਨਾਲ ਗੱਲ ਕਰ ਰਹੇ ਨੇ ਤੇ ਉਹਨੂੰ ਸਮਝਾ ਰਹੇ ਨੇ ਕਿ ਭਾਈ ਭਲਿਆ, ਤੂੰ ਤੇ ਕਹਿਣਾ ਕਿ ਅਸੀਂ ਨਸ਼ਾ ਲੈਂਦੇ ਹਾਂ ਤੇ ਅਸੀਂ ਮਸਤੀ 'ਚ ਰਹਿੰਦੇ ਹਾਂ, ਪਰ ਕਹਿੰਦੇ ਜਿਹੜਾ ਸਾਡਾ ਨਸ਼ਾ ਉਹ ਵੀ ਸੁਣ ਲੈ। ਕਹਿੰਦੇ ਨੇ ਗਗਨ ਰਸਾਲ ਚੁਐ ਮੇਰੀ ਭਾਠੀ। ਜਿਹੜਾ ਗਗਨ ਹੈ ਜੀ, ਗਗਨ ਦੇ ਵੀ ਕਈ ਮਾਇਨੇ ਨੇ, ਇੱਕ ਮਾਇਨਾ ਆਕਾਸ਼ ਹੈ, ਪਰੰਤੂ ਗੁਰਬਾਣੀ ਵਿੱਚ ਗਗਨ ਜਿਹੜਾ ਇਹ ਦਸਮ ਦੁਆਰ ਲਈ ਵਰਤਿਆ ਜਾਂਦਾ। ਤੋ ਗਗਨ ਰਸਾਲ ਚੁਐ ਮੇਰੀ ਭਾਠੀ। ਕਬੀਰ ਸਾਹਿਬ ਕਹਿੰਦੇ ਨੇ ਵੀ ਜਿਹੜਾ ਮੇਰਾ ਦਸਮ ਦੁਆਰ ਹੈ ਨਾ, ਦਸਮ ਦੁਆਰ ਦੀ ਗੱਲ ਮੈਂ ਇੱਕ ਬੇਨਤੀ ਕਰਦੇ ਹੋਰ ਕਿ ਇਹ ਦਸਮ ਦੁਆਰ ਜਿਹੜਾ ਨਾ ਕੋਈ ਪਰਟੀਕੂਲਰ ਕੰਪਾਰਟਮੈਂਟ ਨਹੀਂ ਹੈ ਸਾਡੇ ਅੰਦਰ ਵੀ ਇੱਥੇ ਦਸਮ ਦੁਆਰ ਹੈ, ਜਿੱਥੇ ਫਲਾਣੀ ਚੀਜ਼ ਹੈ। ਹਾਲਾਂਕਿ ਯੋਗੀ ਲੋਕ ਜਿਹੜੇ ਉਹ ਤੇ ਕਹਿੰਦੇ ਨੇ ਬਈ ਇੱਥੋਂ ਸਾਡੀ ਧੁੰਨੀ ਚੋਂ, ਨਾਭੀ ਚੋਂ ਸਾਹ ਉੱਠਦਾ ਜੀ, ਫਿਰ ਉਹ ਖੱਬੀ ਨਾਸ 'ਚ ਨਿਕਲਦਾ ਹੈ, ਫਿਰ ਸੱਜੀ 'ਚ ਧੱਕਣਾ ਪੈਂਦਾ ਹੈ, ਫਿਰ ਇੱਥੇ ਟਿਕਾਣਾ ਪੈਂਦਾ ਹੈ, ਉਹ ਕੁਝ ਕਹਿੰਦੇ ਨੇ। ਔਰ ਮੈਨੂੰ ਖਿਮਾ ਕਰਨਾ, ਸਾਡੇ ਕਈ ਕਥਾਕਾਰ ਵੀ ਇਹੋ ਜਿਹੀਆਂ ਮਤਲਬ ਹੈ ਵੀ ਰੈਫਰੈਂਸਿਸ ਦੇ ਦਿੰਦੇ ਨੇ ਜੀ ਵੀ ਨਾਭੀ ਤੋਂ ਚੱਲਣਾ ਤੇ ਇੱਥੇ ਚੱਲਣਾ। ਮੇਰੀ ਸਮਝ 'ਚ ਨਹੀਂ ਆਈ, ਮੈਂ ਗਲਤ ਵੀ ਹੋ ਸਕਦਾ, ਵੀ ਨਾਭੀ ਚੋਂ ਕਿਵੇਂ ਚੱਲਦਾ ਹੈ ਤੇ ਖੱਬੀ ਨਾਸ ਤੋਂ ਕਿੱਥੇ ਤੇ ਸੱਜੀ 'ਚ ਧੱਕ ਕਿਵੇਂ, ਇੱਥੇ ਕਿਵੇਂ ਆ ਕੇ ਇਕੱਠਾ ਹੋਣਾ, ਮੇਰੇ ਸਮਝ 'ਚ ਨਹੀਂ ਆਈ। ਤੇ ਮੈਂ ਇਸ ਪਾਸੇ ਬਹੁਤਾ ਜ਼ੋਰ ਵੀ ਨਹੀਂ ਲਾਉਣ ਦੀ ਮੈਨੂੰ ਲੋੜ, ਮੈਨੂੰ ਕੋਈ ਬਹੁਤੀ ਖਾਹਿਸ਼ ਨਹੀਂ ਹੈ, ਮੈਨੂੰ ਬਹੁਤਾ ਠੀਕ ਹੀ ਦੇ ਦਿੱਤਾ। ਪਰ ਸਾਡੇ ਕਈ ਜਿਹੜੇ ਵੀਰ ਨੇ ਉਹ ਪ੍ਰਚਾਰ ਦੇ ਵਿੱਚ, ਪ੍ਰਚਾਰਕ ਵੀਰਾਂ ਦੀ ਗੱਲ ਕਰ ਰਹੇ, ਉਹ ਵੀ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਨੇ ਜੀ ਵੀ ਇਸ ਨਾੜੀ 'ਚ, ਫਲਾਣੇ ਨਾੜੀ 'ਚ। ਹਾਲਾਂਕਿ ਸੁਖਮਨਾ ਨਾੜੀ ਜਾਂ ਜਿਹੜਾ ਪਿੰਗਲਾ ਦਾ ਜ਼ਿਕਰ ਹੈ ਉਹ ਕੁਝ ਹੋਰ ਹੈ, ਆਪਾਂ ਬੜੀ ਵਾਰੀ ਸ਼ਬਦਾਂ 'ਚ ਸੁਣਦੇ ਆਉਂਦੇ ਹਾਂ, ਮਤਲਬ ਕੁਝ ਹੋਰ ਹੈ ਤੇ ਅਸੀਂ ਕੁਝ ਹੋਰ ਨਾ ਕਰੀਏ। ਇੱਥੇ ਵੀ ਕਬੀਰ ਸਾਹਿਬ ਜੀ ਉਹਨੂੰ ਕਹਿੰਦੇ ਨੇ ਗਗਨ ਰਸਾਲ ਚੁਐ ਮੇਰੀ ਭਾਠੀ। ਕਹਿੰਦੇ ਨੇ ਮੇਰੇ ਤਾਂ ਗਗਨ ਚੋਂ, ਭਾਵ ਮੇਰੇ ਦਸਮ ਦੁਆਰ ਚੋਂ ਇੱਕ ਰਸ ਦਾ ਅੰਮ੍ਰਿਤ ਟਿਕਦਾ ਰਹਿੰਦਾ, ਹਰ ਵੇਲੇ ਟਪਦਾ ਰਹਿੰਦਾ। ਉਹ ਹੈ ਕੀ ਹੈ ਜੀ? ਇੱਥੇ ਮੈਂ ਤੁਹਾਨੂੰ ਉਹ ਭੱਠੀ ਦੀ ਇਹ ਦੇਖੋ ਜੀ, ਕਿਸੇ ਸਮੇਂ ਇਹ ਤੁਸੀਂ ਦੇਖ ਰਹੇ ਹੋ, ਪੁਰਾਣਿਆਂ ਸਮਿਆਂ 'ਚ ਨਾ ਅਰਕ ਕੱਢਦੇ ਸੀਗੇ। ਅਰਕ ਦਾ ਮਤਲਬ ਐਸੈਂਸ ਆਫ ਦਾ ਹਰਬਲਸ। ਜਿਸ ਵੇਲੇ ਐਸੈਂਸ ਕੱਢਦੇ ਸੀ, ਅਰਕ ਕੱਢਦੇ ਸੀ ਨਾ, ਤੇ ਉਹਦੇ 'ਚ ਕੀ ਹੁੰਦਾ ਸੀ ਵੀ ਉਹ ਜਿਹੜੀਆਂ ਹਰਬਲਸ ਨੇ ਇਹਦੇ ਵਿੱਚ ਪਾ ਦਿੰਦੇ ਸੀ ਭਾਂਡੇ 'ਚ, ਇਹ ਥੱਲੇ ਅੱਗ ਬਾਲਦੇ ਸੀਗੇ
ਤੇ ਇਹਦੇ ਚ ਪਾਣੀ ਜਿਸ ਵੇਲੇ ਉਬਲਦੀਆਂ ਸਨ ਤੇ ਜਿਹੜੀ ਸਟੀਮ ਭਾਫ ਬਣਦੀ ਸੀਗੀ ਨਾ ਜੀ, ਉਹ ਭਾਫ ਜਿਹੜੇ ਇੱਧਰ ਜਾਂਦੀ ਹੈ ਤੇ ਠੰਡੀ ਹੋ ਕੇ ਉਹਦਾ ਇਹ ਪਾਣੀ ਬਣ ਜਾਂਦਾ, ਡ੍ਰੌਪ ਬਣ ਜਾਂਦਾ, ਅਰਕ ਬਣ, ਉਹਨੂੰ ਕਹਿੰਦੇ ਸੀ ਅਰਕ। ਤੇ ਇਹ ਹੁਣ ਵੀ ਪਤਾ ਨਹੀਂ ਕਿਸੇ ਤਰ੍ਹਾਂ ਕੱਢਦੇ ਹੋਣਗੇ, ਪਰ ਮੈਂ ਬਚਪਨ ਵਿੱਚ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਕਿ ਪੰਸਾਰੀ ਇਸ ਤਰ੍ਹਾਂ ਅਰਕ ਕੱਢ ਦਿੰਦੇ ਸੀਗੇ, ਇੱਥੇ ਅੱਗ ਬਾਲਦੇ ਸੀਗੇ। ਤੋ ਇਸੇ ਤਰ੍ਹਾਂ ਜਿਹੜੀ ਕਈ ਲੋਕ ਜਿਹੜੇ ਨੇ ਉਹ ਸ਼ਰਾਬ ਵੀ ਇਸੇ ਤਰ੍ਹਾਂ ਕੱਢਦੇ ਨੇ, ਇਸ ਤਰੀਕੇ ਨਾਲ ਕਿ ਇਹ ਮਤਲਬ ਡਿਸਟਿਲਿੰਗ ਵੇ ਜਿਹੜਾ ਹੈਗਾ ਇਹਦੇ ਨਾਲ। ਕਿ ਹੁਣ ਤਾਂ ਵੱਡੀਆਂ ਵੱਡੀਆਂ ਡਿਸਟਿਲਰੀਜ਼ ਨੇ, ਪਰ ਇਹ ਜਿਹੜੀਆਂ ਕੰਟਰੀ ਮੇਡ ਜਿਹੜੀਆਂ ਹੈਗੀ ਹੈ ਵਾਈਨ ਔਰ ਲਾਈਕ ਦੈਟ, ਉਹ ਇਸੇ ਤਰ੍ਹਾਂ ਇਹੋ ਜਿਹੀਆਂ ਛੋਟੇ ਛੋਟੇ ਜਿਹੜੇ ਨਾ ਇਹ ਡਿਸਟਿਲਿੰਗ ਪੁਆਇੰਟ ਜਿਹੜੇ ਨੇ ਉਹਨਾਂ ਚੋਂ ਕੱਢਦੇ। ਤੋ ਕਬੀਰ ਸਾਹਿਬ ਇਹਦਾ ਸਾਨੂੰ ਇਹਦੇ ਚ ਕਹਿ ਰਹੇ, ਇਹ ਗਗਨ ਰਸਾਲ ਚੋ ਹੈ ਮੇਰੀ ਭਾਠੀ, ਇਹ ਭੱਠੀ ਹੋ ਗਈ ਜੀ ਜਿਹਦੇ ਚ ਅੱਗ ਬਲ ਰਹੀ ਹੈ, ਤੇ ਇਹ ਇੱਕ ਭਾਂਡਾ ਹੈਗਾ। ਇਸ ਭਾਂਡੇ ਚੋਂ ਮੈਂ ਜਿਵੇਂ ਬੇਨਤੀ ਕੀਤੀ ਹੈ ਕਿ ਵਿੱਚ ਹਰਬਲਸ ਰੱਖੀਆਂ ਹੁੰਦੀਆਂ ਨੇ ਤੇ ਪਾਣੀ ਚ ਉਬਲਦੀਆਂ ਨੇ, ਉਬਲ ਕੇ ਜਿਸਲੇ ਭਾਫ ਬਣਦੀ ਹੈ ਸਟੀਮ, ਤਾਂ ਸਟੀਮ ਇੱਥੋਂ ਦੀ ਬਾਹਰ ਆਉਂਦੀ ਹੈ ਤੇ ਉਹ ਜਿਸਲੇ ਠੰਡੀ ਨਾਲੀ ਚ ਜਾਂਦੀ ਹੈ ਤੇ ਉਹ ਸਟੀਮ ਜਿਹੜੀ ਪਾਣੀ ਵਰਗੀ ਬਣ ਕੇ ਡ੍ਰੌਪਸ ਜਿਹੜੇ ਨੇ ਇਸ ਭਾਂਡੇ ਵਿੱਚ ਪੈਂਦੇ ਨੇ। ਕਬੀਰ ਸਾਹਿਬ ਇਹਦੇ ਹੀ ਉਦਾਹਰਣ ਦੇ ਕੇ ਉਹਨੂੰ ਸਮਝਾਉਂਦੇ ਨੇ, ਕਹਿੰਦੇ ਨੇ ਭਾਈ ਤੁਸੀਂ ਤਾਂ ਨਸ਼ੇ ਕੱਢਦੇ ਹੋ, ਪਰੰਤੂ ਮੇਰਾ ਨਸ਼ਾ ਜਿਹੜਾ ਤੁਸੀਂ ਤੇ ਨਸ਼ੇ ਇੱਕ ਭੱਠੀ ਚ ਕੱਢਦੇ ਹੋ, ਪਰ ਮੇਰਾ ਜਿਹੜਾ ਨਸ਼ਾ ਹੈ ਗਗਨ ਰਸਾਲ ਚੋ ਹੈ ਮੇਰੀ ਭਾਠੀ, ਇਹ ਮੇਰੇ ਗਗਨ ਦਸਮ ਦੁਆਰ ਚੋਂ ਮੇਰੇ ਇਹ ਨਿਕਲ ਰਿਹਾ ਰਸ। ਰਸਾਲ, ਰਸਾਲ ਮੈਨੇ ਰਸ ਜਮਾ ਆ, ਰਸਾਲਿਆ ਭਾਵ ਰਸਦਾਇਕ, ਜਿਹੜਾ ਬਹੁਤ ਰਸ ਨਾਲ ਭਰਿਆ ਹੋਵੇ ਨਾ, ਉਹ ਰਸਾਲ। ਗਗਨ ਰਸਾਲ ਚੋ ਹੈ ਮੇਰੀ ਭਾਠੀ। ਭਾਠੀ ਕੀ ਹੈ? ਇਹ ਭਾਠੀ ਦਾ ਅਰਥ ਵੀ ਜਿਹੜਾ ਉਹ ਮਤਲਬ ਵੀ ਦਸਮ ਦੁਆਰ ਹੀ ਕੀਤਾ ਹੋਇਆ। ਤੋ ਉਹ ਕੀ ਕਹਿੰਦੇ ਨੇ, ਗਗਨ ਰਸਾਲ ਚੋ ਹੈ ਮੇਰੀ ਭਾਠੀ। ਤੇ ਹਾਂਜੀ, ਗਗਨ ਰਸਾਲ ਚੋ ਹੈ ਮੇਰੀ ਭਾਠੀ, ਸੰਚ ਮਹਾਰਸ ਤਨ ਪਿਓ ਕਾਠੀ। ਉਹ ਕਹਿੰਦੇ ਨੇ ਸੰਚ ਮਹਾਰਸ, ਸੰਚ ਮੈਨੇ ਇਕੱਠਾ ਹੋਣਾ, ਤੇ ਮੇਰੇ ਅੰਦਰ ਹਰ ਵੇਲੇ ਇਕੱਠਾ ਹੁੰਦਾ ਰਹਿੰਦਾ ਹੈ। ਕੀ ਇਕੱਠਾ ਹੁੰਦਾ ਹੈ? ਮਹਾਰਸ, ਆਮ ਰਸ ਨਹੀਂ, ਮਹਾਰਸ। ਮਹਾ ਮੰਦਾ ਵੱਡਾ, ਇਹ ਬੜਾ ਵੱਡਾ ਰਸ ਹੈ, ਦੁਨੀਆ ਦੇ ਰਸ ਕੁਛ ਵੀ ਨਹੀਂ। ਇਹ ਜਿਹੜੇ ਆਪਾਂ ਪਹਿਲੇ ਗਿਣ ਕੇ ਆਏ ਆ ਨਾ, ਜਿਹਨਾਂ ਵਿੱਚ ਸਾਰੀ ਉਮਰ ਆਪਾਂ ਨਗਾਈ ਜਾਂਦੇ ਆ, ਉਹ ਤਾਂ ਕੁਛ ਵੀ ਨਹੀਂ। ਇਹ ਮਹਾਰਸ ਹੈ। ਪਰ ਮਹਾਰਸ ਦਾ ਪਤਾ ਤਾਂ ਲੱਗੇਗਾ ਜਿਸ ਦਿਨ ਸਾਨੂੰ ਆਪ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਚੱਖ ਲਿਆ। ਕਿਤੇ ਚੱਖ ਲਿਆ ਨਾ ਤੇ ਫਿਰ ਉਹੀ ਬਸ ਆ ਜਾਣੀ, ਆਨ ਰਸਾ ਜੇਤੇ ਤਾਂ ਚਾਖੇ ਨਿਮਕਰਾ ਤ੍ਰਿਸ਼ਨਾ ਤੇਰੀ ਰੱਥ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ। ਤੂੰ ਤੇ ਬਿਸਮਾਦ ਚ ਆ ਜਾਏਗਾ ਵੀ ਆਹਾ ਇੰਨਾ ਵਧੀਆ, ਇੰਨਾ ਸੁੰਦਰ, ਇੰਨਾ ਸਵਾਦੀ, ਮੈਂ ਤੇ ਭੁੱਲਿਆ ਹੀ ਰਿਹਾ ਸਾਰੀ ਉਮਰ। ਤੇ ਵਾਕਈ ਸਤਿਗੁਰੂ ਜੀ ਕਿਰਪਾ ਕਰਨਗੇ ਨਾ ਜਿਸ ਦਿਨ, ਤੇ ਸਾਡੀ ਅਵਸਥਾ ਵੀ ਹੋਏਗੀ ਵਾਹ ਵਾਹ ਕਿਆ ਨਾਮ ਰਸ ਹੈ। ਕਬੀਰ ਸਾਹਿਬ ਕਹਿੰਦੇ ਨੇ ਸੰਚ ਮਹਾਰਸ ਤਨ ਪਿਆ ਕਾਠੀ। ਹੁਣ ਕਿਉਂਕਿ ਇਹਦੇ ਥੱਲੇ ਲੱਕੜਾਂ ਚਾਹੀਦੀਆਂ, ਤੇ ਕਬੀਰ ਸਾਹਿਬ ਕਹਿੰਦੇ ਤਨ ਪਿਆ ਕਾਠੀ, ਮੇਰਾ ਤਨ ਜਿਹੜਾ ਹੈ ਉਹ ਲੱਕੜਾਂ ਬਣ ਗਿਆ। ਹੁਣ ਇਹ ਸਰੀਰ ਨਹੀਂ ਸਾੜਨ ਦੀ ਗੱਲ ਹੈ, ਇਹ ਭਾਵ ਦੀ ਗੱਲ ਹੈ। ਤਨ ਤੋਂ ਭਾਵ ਹੈ ਕਿ ਜਿਹੜਾ ਮੇਰਾ ਦੇਹ ਅਧਿਆਸ ਹੈ, ਜਿਹੜਾ ਮੈਨੂੰ ਸਰੀਰ ਨਾਲ ਮੋਹ ਸੀ ਨਾ ਵੀ ਮੈਂ ਸੁਗੰਧੀਆਂ ਲਾ ਲਵਾਂ ਸਰੀਰ ਤੇ। ਦੇਖੋ ਜੇ ਕਿਤੇ ਲੋੜ ਹੈ ਨਾ ਕਿਸੇ ਚੀਜ਼ ਦੀ, ਕੋਈ ਸਕਿਨ ਪ੍ਰੋਬਲਮ ਹੈ, ਕੋਈ ਹੋਰ ਚੀਜ਼ ਲਾਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਕੇਵਲ ਇਸ ਕਰਕੇ ਦੇਖੋ ਸੁਗੰਧੀ ਲਾਣੀ ਮੈਂ ਕੋਈ ਮਨਾ ਨਹੀਂ ਕਰ ਰਿਹਾ, ਮਾੜੀ ਨਹੀਂ ਹੈ, ਪਰ ਉਹ ਨਾ ਸੁਗੰਧੀਆਂ ਚ ਅਸੀਂ ਐਸੇ ਖਚਤ ਹੋ ਜਾਈਏ ਕਿ ਨਾਮ ਦੀ ਸੁਗੰਧੀ ਭੁੱਲੀ ਜਾਏ। ਬਸ ਇੰਨੀ ਗੱਲ ਦਾ ਖਿਆਲ ਰੱਖੋ, ਇੰਨਾ ਖਿਆਲ ਰੱਖਣ ਦੀ ਲੋੜ ਹੈ। ਤੇ ਕਬੀਰ ਸਾਹਿਬ ਸੰਚ ਮਹਾਰਸ ਤਨ ਪਿਆ ਕਾਠੀ, ਕਹਿੰਦਾ ਮੇਰਾ ਜਿਹੜਾ ਤਨ ਹੈ ਨਾ, ਮੇਰਾ ਜਿਹੜਾ ਸਰੀਰ ਹੈ ਉਹ ਕਾਠੀ, ਕਾਠੀ ਮੈਨੇ ਲੱਕੜਾਂ, ਉਹਦੀਆਂ ਲੱਕੜਾਂ ਜਿਹੜੀਆਂ ਨੇ ਭਾਵ ਇਹ ਹੈ ਕਿ ਮੈਂ ਆਪਣਾ ਦੇਹ ਅਧਿਆਸ ਜਿਹੜਾ ਮੇਰਾ ਮੋਹ, ਜਿਸ ਮੋਹ 'ਚ ਮੈਂ ਫਸਿਆ ਸਾਂ, ਮੈਂ ਉਹਨੂੰ ਸਾੜ ਰਿਹਾ। ਇਹਦਾ ਮਤਲਬ ਕੀ ਹੋ ਗਿਆ ਕਿ ਜਿਉਂ-ਜਿਉਂ ਮੋਹ ਸੜੇਗਾ, ਜਿਉਂ-ਜਿਉਂ ਲੱਕੜਾਂ ਬਲਦੀਆਂ ਨੇ, ਭਾਫ ਬਣਦੀ ਹੈ ਤੇ ਰਸ ਨਿਕਲਦਾ ਹੈ। ਇਸ ਤਰ੍ਹਾਂ ਜਿਉਂ-ਜਿਉਂ ਅਸੀਂ ਮੋਹ ਘਟਾਉਂਦੇ ਜਾਵਾਂਗੇ, ਮੋਹ ਸਾੜਦੇ ਜਾਵਾਂਗੇ, ਨਾਮ ਰਸ ਆਉਂਦਾ ਜਾਏ। ਸਾਧ ਸੰਗਤ ਗਿਵ ਐਂਡ ਟੇਕ ਹੈ ਵੀ ਜਿਉਂ-ਜਿਉਂ ਅਸੀਂ ਛੱਡੀ ਜਾਵਾਂਗੇ ਨਾ, ਵਿਕਾਰ ਛੱਡਦੇ ਜਾਵਾਂਗੇ, ਉਹ ਚੀਜ਼ਾਂ ਆਉਂਦੀਆਂ ਜਾਣਗੀਆਂ। ਲੋੜ ਹੈ ਉਦਮ ਕਰਨ ਦੀ, ਕਿਉਂਕਿ ਓਵਰਨਾਈਟ ਤੇ ਨਹੀਂ ਕੁਝ ਹੁੰਦਾ, ਹਾਂ, ਪਰ ਸ਼ੁਰੂ ਕਰ ਦਈਏ ਤਾਂ ਜ਼ਰੂਰ ਹੋਏਗਾ। ਇੱਕ ਗੱਲ ਦੀ ਜ਼ਰੂਰ ਹੈ, ਉਹ ਕਹਿੰਦੇ ਨੇ 100 ਇਲਾਜ ਤੇ ਇੱਕ ਪਰਹੇਜ਼। ਪਰਹੇਜ਼ ਬੜਾ ਜ਼ਰੂਰੀ ਹੈ। ਉਹ ਨਾ ਹੋਵੇ ਕਿ ਅਸੀਂ ਝੂਠ ਬੋਲਣਾ ਛੱਡੀਏ ਤੇ ਨਸ਼ਾ ਵੀ ਲੈਣਾ ਸ਼ੁਰੂ ਕਰ ਦਈਏ, ਨਸ਼ਾ ਪੀਣਾ ਛੱਡੀਏ ਤੇ ਬੇਈਮਾਨੀ ਸ਼ੁਰੂ ਕਰ ਦਈਏ। ਇਦਾਂ ਨਹੀਂ ਗੱਲ ਬਣਦੀ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਉਹ ਛੱਡਣੀਆਂ ਨੇ। ਜਿੰਨੇ ਵਿਕਾਰ ਨੇ ਨਾ, ਛੱਡਣ ਦਾ ਮਤਲਬ ਹੈ ਕਾਬੂ 'ਚ, ਆਪਣੇ ਕੰਟਰੋਲ 'ਚ ਰੱਖਣੇ ਨੇ। ਉਹਨਾਂ ਦੀ ਡਿਊ ਡਿਲੀਜੈਂਸ ਨਾਲ ਉਹਦੀ ਵਰਤੋਂ ਕਰਨੀ ਆਪਾਂ। ਦੇਖੋ ਆਓ ਚਲੋ ਆਪਾਂ ਸ਼ਬਦ ਵੱਲ ਚੱਲਦੇ ਹਾਂ। ਗਗਨ ਰਸਾਲ ਚੋ ਹੈ ਮੇਰੀ ਭਾਠੀ, ਸੰਚ ਮਹਾਰਸ। ਸੰਚ ਦੇ ਚੱਚੇ ਨੂੰ ਸਿਹਾਰੀ ਹੈ, ਮਤਲਬ ਇਕੱਠਾ ਕਰਕੇ ਮੈਂ ਕੀ ਕੀਤਾ, ਸੰਚ ਮਹਾਰਸ ਇਕੱਠਾ ਕਰਕੇ। ਕਿਵੇਂ ਇਕੱਠਾ ਕੀਤਾ? ਤਨ ਪਿਆ ਕਾਠੀ, ਤਨ ਮੈਨੇ ਸਰੀਰ, ਨੰਨੇ ਨੂੰ ਅੰਕੜ ਇੱਕ ਵਚਨ ਮੇਰਾ ਸਰੀਰ,
ਭਾਵ ਸਰੀਰ ਕੀ ਹੈ? ਸਰੀਰ ਦਾ ਮੋਹ, ਜਿਹੜਾ ਮੇਰਾ ਦੇਹ ਦੇ ਆਸੀ ਮੋਹ ਸੀ, ਜਿਹੜੇ ਮੈਨੂੰ ਨਾਮ ਰਸ ਤੋਂ ਪਰੇ ਲਿਜਾਂਦੇ ਸਨ, ਮੈਂ ਉਹਨਾਂ ਨੂੰ ਸਾੜ ਦਿੱਤਾ, ਉਹਨਾਂ ਖਿਆਲਾਂ ਨੂੰ ਸਾੜ ਦਿੱਤਾ, ਉਹਨਾਂ ਵਿਚਾਰਾਂ ਨੂੰ ਸਾੜ ਦਿੱਤਾ, ਉਹਨਾਂ ਆਦਤਾਂ ਨੂੰ ਸਾੜ ਦਿੱਤਾ, ਤੇ ਚੰਗੀਆਂ ਆਦਤਾਂ ਮੇਰੇ ਚ ਆ ਗਈਆਂ। ਤੇ ਅਗਲੀ ਤੁਕ ਹੈ ਸਾਧ ਸੰਗਤ ਕਿ ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਆਨੰਦਨ ਜਾਏ। ਦੇਖੋ ਇਹਦੇ ਚ ਸ਼ਬਦ ਵਿੱਚ ਨਾ ਕਬੀਰ ਸਾਹਿਬ ਜੀ ਨੇ, ਮੈਨੂੰ ਖਿਮਾ ਕਰਨਾ, ਜਿਵੇਂ ਇੱਕ ਮੈਖਾਨੇ ਦਾ ਜ਼ਿਕਰ ਕੀਤਾ ਨਾ, ਅਸੀਂ ਦੇਖਦੇ ਹਾਂ ਕਿ ਜਿਹੜੇ ਕੀ ਸਹਿਜ ਕਲਾਲਨ, ਕਲਾਲਨ ਕੀ? ਕਲਾਲਨ ਦਾ ਮਤਲਬ ਇਹ ਹੈ ਕਿ ਜਿਵੇਂ ਪਬਸ ਵਿੱਚ ਜਾਂ ਇਹਨਾਂ ਬਾਰ ਵਿੱਚ ਕੀ ਹੁੰਦਾ, ਜਿਹੜੀਆਂ ਬਾਰਟੈਂਡਰ ਕੁੜੀਆਂ ਮੁੰਡੇ ਹੁੰਦੇ ਨੇ, ਬਾਰਟੈਂਡਰ, ਉਹ ਆ ਕੇ ਅਲਕੋਹਲ ਜਾਂ ਜੋ ਵੀ ਸਰਵ ਕਰਦੇ। ਤੋ ਇੱਥੇ ਕਬੀਰ ਸਾਹਿਬ ਨੇ ਕਿਹਾ ਸਹਿਜ ਕਲਾਲਨ ਜੋ ਮਿਲੇ, ਬਈ ਮੈਨੂੰ ਨਾਮ ਦਾ ਨਸ਼ਾ, ਕਿਉਂਕਿ ਯੋਗੀ ਨਾਲ ਗੱਲ ਕਰਨ, ਤੈਨੂੰ ਤੂੰ ਉਹਦਾ ਨਸ਼ਾ, ਮੈਨੂੰ ਨਾਮ ਦਾ ਨਸ਼ਾ, ਨਾਮ ਦਾ ਨਸ਼ਾ ਮੈਨੂੰ ਇੱਕ ਪਿਲਾਉਣ ਵਾਲੀ ਹੈ ਕਲਾਲਨ। ਕਲਾਲਨ ਲਫ਼ਜ਼ ਮਤਲਬ ਹੀ ਹੁੰਦਾ ਕਿ ਜਿਹੜੀ ਸ਼ਰਾਬ ਪਿਲਾਉਣ ਵਾਲੀ ਹੈ, ਸਰਵ ਕਰਨ ਵਾਲੀ ਹੈ, ਠੀਕ ਹੈ ਜੀ। ਇਹ ਲਫ਼ਜ਼ ਬੜਾ ਪੁਰਾਣਾ ਹੈ, ਤੇ ਮੈਂ ਸੋਚ ਰਿਹਾ ਸਾਂ ਇਹਦਾ ਮਤਲਬ ਇਹ ਹੈ ਕਿ ਪੁਰਾਣਿਆਂ ਸਮਿਆਂ 'ਚ ਵੀ ਇਸੇ ਤਰ੍ਹਾਂ ਇਹ ਸ਼ਰਾਬਾਂ ਪਰੋਸ ਕੇ ਮਤਲਬ ਸਰਵ ਕਰਦਾ ਹੋਏਗਾ ਰਿਵਾਜ। ਫਿਰ ਮੇਰੇ ਦਿਮਾਗ 'ਚ ਆਇਆ ਵਾਕਈ ਜਿਹੜੇ ਬੜੇ ਅਮੀਰ ਆਯਾਸ਼ ਲੋਕ ਹੁੰਦੇ ਸੀਗੇ, ਉਹਨਾਂ ਦੇ ਮਤਲਬ ਘਰਾਂ 'ਚ ਮੈਖਾਨੇ ਬਣੇ ਹੁੰਦੇ ਸੀ, ਤੇ ਨੈਚੁਰਲੀ ਉੱਥੇ ਹੋਣਾ ਉਹਦਾ ਨਾਮ ਕਲਾਲਨ। ਇੱਥੇ ਕਬੀਰ ਸਾਹਿਬ ਨੇ ਕਿਹਾ ਸਹਿਜ ਕਲਾਲਨ ਜੋ ਮਿਲਾਈ, ਜਿਸ ਤਰ੍ਹਾਂ ਸ਼ਰਾਬ ਪੀਉਣ ਵਾਲੀ ਸ਼ਰਾਬ ਨੂੰ ਸਰਵ ਕਰਦੀ ਹੈ ਨਾ, ਮੈਨੂੰ ਵੀ ਇੱਕ ਨਸ਼ਾ ਛੱਡੋ, ਨਾਮ ਰਸ ਦਾ ਨਸ਼ਾ ਸਰਵ ਕਰੇ। ਉਹ ਕੌਣ ਕਰ ਰਹੀ ਹੈ? ਉਹ ਹੈ ਮੇਰੀ ਸਹਿਜ ਦੀ ਬਿਰਤੀ, ਸਹਿਜ ਟਿਕਾਓ ਦੀ ਬਿਰਤੀ। ਆਪਾਂ ਸਹਿਜ ਬਲ ਪੜ੍ਹੇ ਸੀ, ਅਨਅਟੈਚ, ਨਿਰਲੇਪ, ਭਾਵ ਇਹ ਦੁਨੀਆ ਦੀਆਂ ਖਿੱਚ ਜਿਹੜੀਆਂ ਨਾ, ਬਈ ਉਹਨਾਂ ਤੋਂ ਨਿਰਲੇਪ ਹੋ ਕੇ, ਬਿਲਕੁਲ ਨਿਰਲੇਪ ਹੋ ਕੇ ਰਹਿਣਾ, ਤੇ ਫਿਰ ਕੀ ਉਹ ਸਹਿਜ ਅਵਸਥਾ ਹੈ। ਉਹ ਜਿਹੜੀ ਸਹਿਜ ਅਵਸਥਾ ਹੈ ਨਾ, ਉਹ ਮੈਨੂੰ ਸਹਿਜ ਕਲਾਲਨ ਜੋ ਮਿਲਿਆਈ, ਆਨੰਦ ਮਾਤੇ ਆਨੰਦਨ ਜਾਈ। ਆਨੰਦ ਹੁੰਦਾ ਦਿਨ ਰਾਤ, ਮੇਰਾ ਦਿਨ ਤੇ ਰਾਤ ਇਦਾਂ ਗੁਜ਼ਰ ਰਿਹਾ ਹੈ, ਇਸੇ ਨਸ਼ੇ 'ਚ ਗੁਜ਼ਰ ਰਿਹਾ। ਕਿਹੜੇ ਨਸ਼ੇ 'ਚ? ਨਾਮ ਦੇ ਨਸ਼ੇ 'ਚ ਗੁਜ਼ਰ ਰਿਹਾ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚੰਦ, ਮੇਰੇ ਮਨ ਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ ਨੇ। ਤੇ ਕਹਿੰਦੇ ਨੇ ਚੀਨਤ ਚੀਤ ਨਿਰੰਜਨ ਪਾਇਆ, ਚਿਨਤ ਦਾ ਪਛਾਣਨਾ। ਕਹਿੰਦੇ ਨੇ ਹੁਣ ਇਸ ਨਾਮ ਦਾ ਨਸ਼ਾ ਜਿਹੜਾ ਮੈਨੂੰ ਹਰ ਵੇਲੇ ਮਿਲਦਾ, ਦਿਨ ਰਾਤ ਮਿਲਦਾ, ਹਰ ਰੋਜ਼ ਮਿਲਦਾ, ਉਹਦੇ ਨਾਲ ਕੀ ਹੈ ਕਿ ਮੈਨੂੰ ਇੱਕ ਪਹਿਚਾਣ ਆ ਗਈ ਹੈ। ਚੀਨਤ ਚੀਤ, ਚੀਤ ਤੈਨੂੰ ਅੰਕੜੇ ਚੀਤ, ਆਪਣੇ ਚਿੱਤ ਵਿੱਚ ਹੀ, ਕਿਤੇ ਮੈਨੂੰ ਬਾਹਰ ਨਹੀਂ ਜਾਣਾ ਪਿਆ, ਮੈਨੂੰ ਆਪਣੇ ਅੰਦਰ ਹੀ ਚੀਨਤ ਮੈਨੂੰ ਪਹਿਚਾਣ ਹੋ ਗਈ। ਕੀ ਪਹਿਚਾਣ? ਕਿਹਦੀ ਪਹਿਚਾਣ ਹੋ ਗਈ? ਨਿਰੰਜਨ ਲਾਇਆ, ਨਿਰਅੰਜਨ, ਜਿਹੜਾ ਵਾਹਿਗੁਰੂ ਹੈ, ਜਿਹੜਾ ਕਿਸੇ ਵੀ ਕਾਲਖ ਤੋਂ ਰਹਿਤ ਹੈ, ਭਾਵ ਪਰਮਾਤਮਾ। ਨਿਰੰਜਨ ਲਾਇਆ ਕੋਹ ਕਬੀਰ ਤੋਂ ਅਨੁਭਵ ਪਾਇਆ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇੱਕ ਐਸਾ ਅਨੁਭਵ ਹੋ ਗਿਆ ਹੈ, ਐਸਾ ਅਨੁਭਵ ਮੈਨੂੰ ਹੋ ਗਿਆ ਕਿ ਇਹ ਵਾਹਿਗੁਰੂ ਤੇ ਮੇਰੇ ਕੋਲ ਹੈ, ਮੇਰੇ ਅੰਦਰ ਹੈ। ਦੇਖੋ ਵਾਹਿਗੁਰੂ ਜੀ ਸਾਡੇ ਅੰਦਰ ਨੇ, ਕਿਤੇ ਬਾਹਰ ਨਹੀਂ ਗਏ। ਬਾਹਰ ਢੂੰਡਣ ਤੇ ਛੂਟ ਪਏ, ਗੁਰੂ ਘਰ ਹੀ ਮੈਂ ਦਿਖਾਇਆ था। ਵਾਹਿਗੁਰੂ ਤੇ ਮੇਰੇ ਅੰਦਰ ਹੈ, ਕਿਤੇ ਦੂਰ ਤਾਂ ਹੈ ਨਹੀਂ, ਮੈਨੂੰ ਕਿਤੇ ਲੱਭਣ ਦੀ ਲੋੜ ਨਹੀਂ ਹੈ, ਵਾਹਿਗੁਰੂ ਮੇਰੇ ਕੋਲ ਹੈ। ਪਰ ਹੋਇਆ ਕੀ ਸੀਗਾ ਕਿ ਮੇਰੇ ਅੰਦਰ ਜਿਵੇਂ ਹੁੰਦਾ ਨਾ ਕਿਸੇ ਨੇ ਘੁੰਡ ਕੱਢਿਆ ਹੋਵੇ, ਮੈਂ ਇੱਕ ਝੂਠ ਦਾ, ਮੈਂ ਇੱਕ ਬੇਸਵਾਦੇ ਰਸਾਂ ਦਾ ਘੁੰਡ ਜਿਹਾ ਕੱਢਿਆ ਆਇਆ ਸੀਗਾ, ਜਿਸ ਕਰਕੇ ਮੈਨੂੰ ਦਿਸਿਆ ਨਹੀਂ। ਹੁਣ ਮੈਨੂੰ ਜਿਸ ਵੇਲੇ ਨਾਮ ਰਸ ਆਇਆ ਤੇ ਮੈਨੂੰ ਸਭ ਕੁਝ ਸਾਹਮਣੇ ਦਿਸ ਪਿਆ ਵੀ ਰੱਬ ਤੇ ਹੈ, ਮੇਰੇ ਤੇ ਰੱਬ 'ਚ ਫਰਕ ਹੀ ਕੋਈ ਨਹੀਂ। ਸਾਧ ਸੰਗਤ ਜੀ ਐਸੀ ਅਵਸਥਾ ਵੀ ਆ ਜਾਂਦੀ ਹੈ। ਆਪਾਂ ਇਸ ਲਈ ਭਗਤ ਬਾਣੀ 'ਚ ਭਗਤ ਰਵਿਦਾਸ ਜੀ ਦੇ ਸ਼ਬਦ ਪੜ੍ਹਦੇ ਹਨ, ਉਹ ਕਹਿੰਦੇ ਨੇ ਮੇਰੇ ਤੇ ਰੱਬ 'ਚ ਫਰਕ ਹੀ ਕੋਈ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਉਹ ਕਹਿੰਦੇ ਮੇਰੇ ਤੇ ਫਰਕ ਹੀ, ਆਪ ਕੋਈ ਫਰਕ ਨਹੀਂ ਹੈਗਾ। ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਇੰਨਾ ਕੀ ਫਰਕ ਹੈ, ਤੂੰ ਸੋਨਾ ਤੇ ਮੈਂ ਸੋਨੇ ਦਾ ਕੜਾ, ਤੂੰ ਸਮੁੰਦਰ ਹੈ ਤੇ ਮੈਂ ਉਹਦੀ ਇੱਕ ਤਰੰਗ ਆ, ਪਰ ਹੈ ਤੇ ਸਾਡੀਆਂ ਪ੍ਰੋਪਰਟੀ ਸੇਮ ਹੀ ਨੇ। ਇਸ ਕਰਕੇ ਜੇ ਨਾਮ ਰਸ ਦਾ ਨਸ਼ਾ ਆ ਜੇ ਸਾਧ ਸੰਗਤ, ਤੇ ਸਾਡੇ ਤੇ ਵੀ ਇੱਕ ਦਿਨ ਐਸੀ ਕਿਰਪਾ ਆਏਗੀ ਵੀ ਜਿਵੇਂ ਭਗਤ ਰਵਿਦਾਸ ਜੀ ਬੋਲਦੇ ਨੇ ਨਾ, ਅਸੀਂ ਵੀ ਏਦਾਂ ਬੋਲਾਂਗੇ ਕਿ ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ। ਸਤਿਗੁਰੂ ਮੇਰੇ ਤੇ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸਮਾਂ ਹੋ ਗਿਆ, ਆਪਾਂ ਹੁਣ ਇਹਦੀ ਸਮਾਪਤੀ ਵੱਲ ਚੱਲੀਏ। ਤੋ ਸਾਧ ਸੰਗਤ ਜੀ ਗੱਲ ਇਹ ਹੈ, ਸਾਰੀ ਵਿਚਾਰ ਤੋਂ ਇੱਕ ਗੱਲ ਬੜੀ ਪੱਕੀ ਹੈ ਕਿ ਜਿਹੜੇ ਨਾਮ ਦੇ ਰਸੀ ਹੁੰਦੇ ਨੇ, ਉਹਨਾਂ ਦੇ ਮੈਂ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾ ਦੇਣਾ। ਸ਼ਬਦ ਦੇ ਪ੍ਰੋਗਰਾਮ 'ਚ ਨਾ MP ਸਿੰਘ ਜੀ ਕਹਿੰਦੇ ਸੀ ਵੀ ਗਲਾਸ ਸਾਰਿਆਂ ਕੋਲ ਰੱਖ ਦਿਓ, ਨਾਮ ਰਸ ਵੀ। ਮੈਂ ਕਿਹਾ ਪੀਤਾ ਜਾਣਾ। ਲਓ ਦੇਖੋ ਹੁਣ ਪੀਓ। ਮਹਾਰਾਜ ਕਹਿੰਦੇ ਨਾਮ ਰਸ ਜੋ ਜਨ ਤ੍ਰਿਪਤਾਨੇ, ਉਹ ਕੀ ਹੈ? ਮਨ ਤਨ ਨਾਮੇ ਨਾਮ ਸਮਾਨ। ਉਹਦਾ ਮਨ ਤੇ ਤਨ ਨਾਮ 'ਚ ਸਮਾਇਆ ਰਹਿੰਦਾ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ। ਕਿਹੜੇ ਨਾਮ ਜਪਦੇ ਨੇ? ਉਠਤ ਬੈਠਤ ਸੋਵਤ ਨਾਮ। ਕਿਸੇ ਵੇਲੇ ਸਮਾਂ ਮਿਲਿਆ ਸਾਧ ਸੰਗਤ ਜੀ, ਇਹ ਵੀ ਆਪਾਂ ਵਿਚਾਰ ਕਰਾਂਗੇ ਕਿ ਬੜੇ ਲੋਕ ਸ਼ਿਕਾਇਤ ਕਰਦੇ ਨੇ ਵੀ ਨਾਮ ਜਪਣ ਲਈ ਸਮਾਂ ਨਹੀਂ ਨਿਕਲਦਾ।
तो ਐਵੇਂ ਇੱਕ ਭੁਲੇਖਾ ਜਿਹਾ ਹੀ ਹੈ। ਮਹਾਰਾਜ ਨੇ ਬੜਾ ਕਲੀਅਰ ਕੀਤਾ, ਕਹਿੰਦੇ ਮੈਂ ਕਿਹੜੇ ਨਾਮ ਜਪਦਾ, ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਨੇ, ਕਹਿੰਦੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਤਿ। ਤੋ ਜਿਹੜੇ ਨਾਮ ਰਸੀ ਹੋ ਜਾਂਦੇ ਨਾ, ਉਹਨਾਂ ਨੂੰ ਫਿਰ ਕੋਈ ਚੀਜ਼ ਨਹੀਂ ਕਰਨੀ ਪੈਂਦੀ, ਕੋਈ ਚੀਜ਼ ਨਹੀਂ ਕਰਨੀ ਪੈਂਦੀ। ਕਹਿੰਦੇ ਨੇ ਵੀ ਜਿਹੜੀ ਲਾਅ ਆਫ ਗ੍ਰੈਵਿਟੀ ਹੈ, ਇਹ ਚੀਜ਼ ਸੁੱਟੀਏ ਉੱਤੇ ਥੱਲੇ ਆ ਜਾਂਦੀ ਹੈ, ਪਰ ਕਹਿੰਦੇ ਇੱਕ ਐਸੀ ਮਤਲਬ ਵੀ ਸਟੇਜ ਹੈ ਜਿੱਥੇ ਉੱਥੇ ਪਹੁੰਚ ਜਾਏ ਚੀਜ਼ ਫਿਰ ਥੱਲੇ ਨਹੀਂ ਡਿੱਗਦੀ। ਮੈਨੂੰ ਇੰਝ ਲੱਗਦਾ ਹੈ ਵੀ ਜੇਕਰ ਕਿਤੇ ਸਾਡੀ ਸੁਰਤੀ ਏਡੀ ਕੁੱਚੀ ਹੋ ਜਾਏ ਨਾ, ਤੇ ਫਿਰ ਥੱਲੇ ਨਹੀਂ ਡਿੱਗਦੀ, ਫਿਰ ਸਾਨੂੰ ਹਰ ਵੇਲੇ ਸਾਰ ਵੇਲੇ ਨਸ਼ਾ ਆ ਜਾਏਗਾ, ਰੱਬ ਦੇ ਹਰ ਵੇਲੇ ਦਰਸ਼ਨ ਹੋ ਜਾਣਗੇ, ਬਸ ਫਿਰ ਤੇ ਆਨੰਦ ਹੀ ਨਾ। ਸਤਿਗੁਰੂ ਕਿਰਪਾ ਕਰਨ, ਐਸੀ ਅਵਸਥਾ ਸਭ ਤੇ ਆਵੇ ਜੀ। ਭੁੱਲਾਂ ਦੀ ਖਿਮਾ, ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।